ਮੈਨੂੰ ਪਤਾ ਤੁਸੀਂ ਯੋਧੇ ਹੋ, ਤੁਸੀਂ ਕਰ ਹੀ ਲੈਣਾ ਹਨਾ। ਕਰਨ ਵਾਲੇ ਨੂੰ ਔਕੜਾਂ ਮਾਇਨੇ ਨਹੀਂ ਰੱਖਦੀਆਂ ਹੁੰਦੀਆਂ। ਆਈ ਕੈਨ ਅੰਡਰਸਟੈਂਡ ਦੈਟ। आ जाओ जी, आ जाओ। मॉर्निंग जी, मॉर्निंग, वेरी गुड मॉर्निंग। ਲਓ ਜੀ, ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਕਲਾਸ, ਜਿਹਦੇ ਵਿੱਚ ਕਿ ਆਪਾਂ ਹੁਣ ਤੱਕ ਕੀ ਪੜਿਆ ਉਹਦੇ ਤੇ ਥੋੜੀ ਜਿਹੀ ਨਜ਼ਰ ਮਾਰ ਕੇ ਫਿਰ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਾਂਗੇ। ਆਪਾਂ ਆਪਣੀ ਕਲਾਸ ਦੇ ਵਿੱਚ ਪੋਲਿਟੀ ਸਟਾਰਟ ਕਰੀ ਤਿੰਨ ਆਸਪੈਕਟ ਤੋਂ: ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਤਿੰਨੋਂ ਹੀ ਦੋ ਲੈਵਲ ਤੇ ਆਪਾਂ ਇਹਨਾਂ ਨੂੰ ਕਵਰ ਕਰਨਾ ਹੈ। ਇੱਕ ਸੈਂਟਰ ਲੈਵਲ ਤੇ ਔਰ ਦੂਸਰਾ ਬੱਚਿਓ ਸਟੇਟ ਲੈਵਲ ਤੇ। ਹੁਣ ਜਦੋਂ ਆਪਾਂ ਆਪਣੇ ਲੰਘੇ ਹੋਏ ਸਿਲੇਬਸ ਦੀ ਗੱਲ ਕਰਦੇ ਹਾਂ, ਜੋ ਆਪਾਂ ਕਲਾਸ ਦੇ ਵਿੱਚ ਕਰ ਚੁੱਕੇ ਹਾਂ, ਉਹਦੇ ਵਿੱਚ ਆਪਾਂ ਨੇ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਨੂੰ ਕੇਂਦਰ ਪੱਧਰ ਤੇ ਵੀ ਕਵਰ ਕਰਿਆ ਔਰ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਨੂੰ ਸਟੇਟ ਲੈਵਲ ਤੇ ਵੀ ਕਵਰ ਕਰਿਆ। ਹੁਣ ਵਾਰੀ ਆਉਂਦੀ ਹੈ ਜੀ ਸਾਡੇ ਦੇਸ਼ ਦੀ ਨਿਆਂਪਾਲਿਕਾ ਦੀ। ਹੁਣ ਆਪਾਂ ਆਪਣੇ ਦੇਸ਼ ਨੂੰ ਚਲਾਉਣ ਵਾਲਾ ਤੀਜਾ ਆਰਗਨ ਜੋ ਕਿ ਨਿਆਂਪਾਲਿਕਾ ਹੈ, ਇਹਨੂੰ ਕਵਰ ਕਰਕੇ ਚੱਲਾਂਗੇ। ਨਿਆਂਪਾਲਿਕਾ ਨੂੰ ਆਪਾਂ ਦੋ ਹਿੱਸਿਆਂ ਤੇ ਵੰਡ ਕੇ ਨਹੀਂ ਕਹਿ ਸਕਦੇ। ਬੇਸ਼ੱਕ ਇਹਨੂੰ ਅਸੀਂ ਸੌਖਾ ਕਰਨ ਦੇ ਮਾਰੇ ਕਹਿ ਲੈਂਦੇ ਆ ਕਿ ਸਾਡੇ ਸੈਂਟਰ ਲੈਵਲ ਤੇ ਜਿਹੜੀ ਨਿਆਂਪਾਲਿਕਾ ਉਹ ਸੁਪਰੀਮ ਕੋਰਟ ਹੈ ਤੇ ਸਟੇਟ ਲੈਵਲ ਤੇ ਜਿਹੜੀ ਨਿਆਂਪਾਲਿਕਾ ਉਹ ਹਾਈ ਕੋਰਟ ਹੈ। ਪਰ ਇਹਨੂੰ ਇਸ ਤਰੀਕੇ ਨਾਲ ਕਹਿਣਾ ਬਹੁਤਾ ਵੈਲੀਡੇਟਡ ਨਹੀਂ ਹੋਊਗਾ, ਕਿਉਂਕਿ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਵਿੱਚ ਨਿਆਂਪਾਲਿਕਾ ਦਾ ਸਿਸਟਮ ਵੰਡਿਆ ਨਹੀਂ ਗਿਆ। ਮਤਲਬ ਡਿਵੀਜ਼ਨ ਨਹੀਂ ਹੋਈ ਕਿ ਭਾਈ ਸਟੇਟ ਵਾਲੀ ਅਲੱਗ ਆ ਤੇ ਸੈਂਟਰ ਵਾਲੀ ਅਲੱਗ ਆ। ਡਿਵੀਜ਼ਨ ਕਿਉਂ ਨਹੀਂ ਹੋਈ? ਕਿਉਂਕਿ ਸਾਡੇ ਦੇਸ਼ ਦਾ ਸਿਸਟਮ ਇੰਟੀਗ੍ਰੇਟਡ ਮੈਨਰ ਦੇ ਵਿੱਚ ਕੰਮ ਕਰਦਾ ਗਾ। ਇੰਟੀਗ੍ਰੇਟਡ ਮੈਨਰ ਤੋਂ ਕੀ ਭਾਵ ਆ ਕਿ ਸਾਡੇ ਦੇਸ਼ ਦੇ ਵਿੱਚ ਕਦੇ ਕੋਈ ਲਿਮਿਟੇਸ਼ਨ ਨਹੀਂ ਆਉਂਦੀ ਕਿ ਜਿਹੜਾ ਕੇਸ ਹਾਈ ਕੋਰਟ ਚਲਾ ਗਿਆ ਉਹ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਨਹੀਂ ਜਾ ਸਕਦਾ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਦੇਸ਼ ਦਾ ਜੁਡੀਸ਼ੀਅਲ ਸਿਸਟਮ ਹੈ ਜਿਹੜਾ ਉਹ ਇੰਟੀਗ੍ਰੇਟਡ ਮੈਨਰ ਦੇ ਵਿੱਚ ਕੰਮ ਕਰਦਾ ਗਾ। ਸਾਰੀਆਂ ਕੋਰਟਸ ਨੇ ਜਿਹੜੀਆਂ ਆਪਸ ਦੇ ਵਿੱਚ ਇੱਕ ਦੂਜੇ ਤੇ ਡਿਪੈਂਡੈਂਟ ਹੋ ਕੇ ਕੰਮ ਕਰਦੀਆਂ ਨੇ। ਜਿਹੜੇ ਕੇਸ ਜ਼ਿਲ੍ਹਾ ਅਦਾਲਤਾਂ 'ਚ ਹੱਲ ਨਹੀਂ ਹੁੰਦੇ ਉਹ ਕੇਸ ਅੱਗੇ ਜਾ ਕੇ ਹਾਈ ਕੋਰਟਸ ਦੇ ਵਿੱਚ ਪਹੁੰਚਦੇ ਨੇ। ਜਿਹੜੇ ਹਾਈ ਕੋਰਟ ਦੇ ਵਿੱਚ ਹੱਲ ਨਹੀਂ ਹੁੰਦੇ ਉਹ ਕੇਸ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪਹੁੰਚਦੇ ਨੇ। ਸੋ ਕਿਤੇ ਨਾ ਕਿਤੇ ਆਪਾਂ ਇਹਨੂੰ ਸਮਝਣ ਲਈ ਇੰਨਾ ਜ਼ਰੂਰ ਸਮਝ ਲੈਂਦੇ ਆ ਜਾਂ ਕਹਿ ਦਿੰਦੇ ਆ ਕਿ ਜੋ ਸਾਡੇ ਸਟੇਟ ਲੈਵਲ ਤੇ ਸਭ ਤੋਂ ਉੱਚੀ ਅਦਾਲਤ ਹੈ ਉਹਨੂੰ ਅਸੀਂ ਹਾਈ ਕੋਰਟ ਕਹਿੰਦੇ ਆ, ਉੱਚ ਅਦਾਲਤ ਕਹਿੰਦੇ ਆ। ਜੋ ਸਾਡੇ ਸੈਂਟਰ ਲੈਵਲ ਤੇ ਸਭ ਤੋਂ ਉੱਚੀ ਅਦਾਲਤ ਹੈ ਉਹਨੂੰ ਅਸੀਂ ਸੁਪਰੀਮ ਕੋਰਟ ਕਹਿੰਦੇ ਆ, ਸਰਵਉੱਚ ਅਦਾਲਤ ਕਹਿੰਦੇ ਆ। ਔਰ ਉਹਦੇ ਨਾਲ ਹੀ ਸਾਡੀ ਸੁਪਰੀਮ ਕੋਰਟ ਪੂਰੇ ਦੇਸ਼ ਦੇ ਵਿੱਚ ਸਭ ਤੋਂ ਉੱਪਰ ਹੈ, ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਹੈ। ਨਿਆਂਪਾਲਿਕਾ ਨੂੰ ਅਸੀਂ ਤਿੰਨ ਤਰੀਕੇ ਦੇ ਨਾਲ ਪੜਾਂਗੇ ਜਿਹੜਾ ਕਿ ਖਾਸ ਤੌਰ ਤੇ ਕਵਰ ਅਪ ਕਰਵਾਇਆ ਜਾਊਗਾ। ਸਭ ਤੋਂ ਪਹਿਲਾ ਤਰੀਕਾ, ਸਭ ਤੋਂ ਉੱਚੀ ਅਦਾਲਤ ਡੈਫੀਨਿਟਲੀ ਸਾਡੀ ਸੁਪਰੀਮ ਕੋਰਟ ਹੋਵੇਗੀ ਜੀ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਸਰਵ ਉੱਚ ਅਦਾਲਤ ਕਹਿ ਦਿੰਦੇ ਆ। ਪਹਿਲਾਂ ਆਪਾਂ ਡਿਟੇਲ ਇਹਦੇ ਬਾਰੇ ਦੇ ਵਿੱਚ ਜਾਣਾਂਗੇ। ਉਸ ਤੋਂ ਬਾਅਦ ਸਟੇਟ ਲੈਵਲ ਤੇ ਸਾਡੇ ਕੋਲੇ ਹਾਈ ਕੋਰਟ ਹੈ ਜੀ, ਜਿਹਨੂੰ ਅਸੀਂ ਹਾਈ ਕੋਰਟ ਵੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ। ਔਰ ਕਈ ਵਾਰੀ ਬੱਚੇ ਕਨਫਿਊਜ਼ ਹੋ ਜਾਂਦੇ ਨੇ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਉੱਚ ਅਦਾਲਤ ਵੀ ਕਹਿ ਦਿੰਦੇ ਆ। ਤੀਸਰੇ ਲੈਵਲ ਤੇ ਸਾਡੇ ਕੋਲੇ ਡਿਸਟ੍ਰਿਕਟ ਕੋਰਟਸ ਨੇ ਜੀ, ਜਿਨ੍ਹਾਂ ਨੂੰ ਅਸੀਂ ਜ਼ਿਲ੍ਹਾ ਅਦਾਲਤਾਂ ਕਹਿ ਦਿੰਦੇ ਆ ਜਾਂ ਜ਼ਿਲ੍ਹਾ ਅਦਾਲਤ ਕਹਿ ਦਿੰਦੇ ਆ। ਇਸ ਤੋਂ ਬਿਨਾਂ ਵੀ ਸਾਡੇ ਅਦਾਲਤਾਂ ਹੈਗੀਆਂ ਨੇ, ਪਰ ਕਿਤੇ ਨਾ ਕਿਤੇ ਇਹ ਤਿੰਨ ਅਦਾਲਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਇਸ ਤੋਂ ਬਿਨਾਂ ਅਸੀਂ ਫੈਮਿਲੀ ਕੋਰਟ ਪੜਾਂਗੇ, ਈ ਕੋਰਟ ਪੜਾਂਗੇ, ਤਾਂ ਹੋਰ ਵੀ ਅਦਾਲਤਾਂ ਪੜਾਂਗੇ। ਉਹਨਾਂ ਦੇ ਛੋਟੇ ਛੋਟੇ ਟੌਪਿਕ ਨੇ। ਬੇਸ ਤੌਰ ਤੇ ਸਾਡੀ ਨਿਆਂਪਾਲਿਕਾ ਇਹਨਾਂ ਤਿੰਨ ਟੌਪਿਕਸ ਨੂੰ ਟਾਰਗੇਟ ਕਰਦੀ ਹੈ। ਜ਼ਿਆਦਾਤਰ ਦੋ ਟੌਪਿਕਸ ਨੂੰ ਟਾਰਗੇਟ ਕਰਦੀ ਹੈ, ਇੱਕ ਸੁਪਰੀਮ ਕੋਰਟ ਤੇ ਇੱਕ ਸਾਡਾ ਕੀ ਹੋ ਗਿਆ ਹਾਈ ਕੋਰਟ। ਜ਼ਿਲ੍ਹਾ ਅਦਾਲਤ ਦਾ ਸਵਾਲ ਵੀ ਬਹੁਤ ਘੱਟ ਪੁੱਛਿਆ ਜਾਂਦਾ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਹੁਣ ਅਸੀਂ 1 ਬਾਏ 1 ਇਹਨਾਂ ਨੂੰ ਪੜ੍ਹਨਾ ਸ਼ੁਰੂ ਕਰਨਾ ਹੈ ਤੇ ਅਸੀਂ ਸ਼ੁਰੂ ਕਰਾਂਗੇ ਸਾਡੇ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਭਾਵ ਕਿ ਸੁਪਰੀਮ ਕੋਰਟ ਤੋਂ। ਸੋ ਸਾਰੇ ਜਣੇ ਹੈਡਿੰਗ ਬਣਾਉਣੇ ਆ ਜੀ, ਸਰਵ ਉੱਚ ਅਦਾਲਤ ਸੁਪਰੀਮ ਕੋਰਟ। ਸਰਵ ਉੱਚ ਅਦਾਲਤ ਜਿਹਨੂੰ ਤੁਸੀਂ ਬੋਲ ਦਿੰਦੇ ਹੋ ਜੀ ਸੁਪਰੀਮ ਕੋਰਟ। ਇਹਦੇ ਚ ਕਨਫਿਊਜ਼ ਨਹੀਂ ਹੋਣਾ। ਕਈ ਵਾਰੀ ਪੰਜਾਬੀ ਦੇ ਵਿੱਚ ਵੀ ਸੁਪਰੀਮ ਕੋਰਟ ਲਿਖਿਆ ਪਿਆ ਹੁੰਦਾ, ਸੋ ਕਈ ਬੱਚਿਆਂ ਨੂੰ ਲੱਗਦਾ ਹੈਗਾ ਵੀ ਸੁਪਰੀਮ ਕੋਰਟ ਨੂੰ ਅਸੀਂ
इंग्लिश दे विच नहीं पढ़ना है ना, सुप्रीम कोर्ट पंजाबी च भी लिखिया जाता है। दूसरी इंपॉर्टेंट चीज साडे भारती संविधान दे आर्टिकल 124 तो लैके 147 तक सुप्रीम कोर्ट दे बारे दे विच सानू जिक्र मिलता है। 124 तो लैके 147 तक एक पॉइंट तुहाडे ध्यान दे विच होना हैगा, मैं तुहानू पहलां भी दस्सिया सी कि साडे जिहड़ा असीं भाग 5वां करिया सी, भाग 5वां अबाउट केंद्र सरकार सीगा, जिहदे विच आर्टिकल 52 तो लैके 151 तक सी। याद है ना आपां नू 52 तो लैके 151 तक आर्टिकल। एक मिनट बई, एक मिनट। हाँ जी, गुड मॉर्निंग जी, गुड मॉर्निंग। अच्छा अजे मॉर्निंग है तो फिर तो पता नहीं की डाउट है, चलो माफ करना, 2 मिनट अर्जेंट कॉल सी। 52 तो लैके 151 तक आर्टिकल दे विच असीं ने स्टेट गवर्नमेंट बारे पढ़िया सी। हुण तुहानूं पता होना, सॉरी आपां ने केंद्र सरकार बारे पढ़िया सी। हुण तुहानूं पता होना सुप्रीम कोर्ट है जिहड़ा, एक सेंटर दी न्यायपालिका दा सिस्टम मन्निया जांदा है, जिहदे करके आर्टिकल 124 तो 147 ने जिहड़े साडे देश दी सुप्रीम कोर्ट नूं कवर करदे ने। सब तो पहला पॉइंट ये चीज दिमाग दे विच रखनी बहुत जरूरी है, जदों भी असीं कोई नवां टॉपिक पढ़ते हैं उस टॉपिक का आर्टिकल किहड़ा है। वैसे तो असीं नॉर्मली पढ़िया भी 124 तो लैके 147 तक सारे ही आर्टिकल ने जिहड़े वो सुप्रीम कोर्ट के बारे दे विच ने, पर जे आपां गल करिए सुप्रीम कोर्ट दे होण दा किहड़ा आर्टिकल है, सुप्रीम कोर्ट दे आउण दा किहड़ा आर्टिकल है, किहड़ा आर्टिकल कहंदा है कि देयर शैल बी अ सुप्रीम कोर्ट इन इंडिया, जिहदे करके साडे देश दी एक संविधानक बॉडी बनदी है। सो वो आर्टिकल है बच्चों आर्टिकल 124। आर्टिकल 124 कहता है कि भारत दे विच एक सुप्रीम कोर्ट होवेगी। जिवें आपां पढ़िया सी कि आर्टिकल 52 राष्ट्रपति बारे गल करदा है, 80 नंबर राज सभा बारे गल करदा है, 81 नंबर लोक सभा बारे गल करदा है, 79 पार्लियामेंट बारे गल करदा है। एवें साडा आर्टिकल 124 कहता है कि भारत विच एक सुप्रीम कोर्ट होवेगी, जिहदे करके साडी सुप्रीम कोर्ट एक संविधानक संस्था बनती है। आपां ये चीज पहला भी क्लास दे विच डिस्कस कर चुके हैं कि कोई भी बॉडी संविधानक है या नहीं, ओदा तुसीं पता किवें लाउणा है। जे किसी बॉडी का पर्टिकुलरली आर्टिकल है तो एक संविधानक बॉडी है, ਜਾਂ ਉਹਦਾ ਉਹ ਇੱਕ ਸੰਵਿਧਾਨਕ ਹੈ। ਜੇ ਉਹਦਾ ਆਰਟੀਕਲ ਨਹੀਂ ਹੈਗਾ ਫਿਰ ਉਹ ਐਕਸਟਰਾ ਕਨਸਟੀਟਿਊਸ਼ਨਲ ਹੈ ਜਾਂ ਨਾਨ ਕਨਸਟੀਟਿਊਸ਼ਨਲ ਹੈ। ਇਹ ਵੀ ਆਪਾਂ ਅੱਗੇ ਜਾ ਕੇ ਪੜਾਂ ਵੀ ਕਿਹੜੇ ਕਿਹੜੇ ਉਹਦੇ ਕਨਸਟੀਟਿਊਸ਼ਨਲ ਹੈ ਤੇ ਕਿਹੜੇ ਕਿਹੜੇ ਨਾਨ ਕਨਸਟੀਟਿਊਸ਼ਨਲ ਨੇ। ਠੀਕ ਹੈ, ਅਗਲਾ ਪੁਆਇੰਟ ਕੀ ਇੱਥੇ ਜ਼ਰੂਰੀ ਹੈ, ਜਦੋਂ ਅਸੀਂ ਸਾਡੇ ਦੇਸ਼ ਦੀ ਸਰਵਉੱਚ ਅਦਾਲਤ ਦੀ ਗੱਲ ਕਰਦੇ ਹਾਂ ਤਾਂ ਇਹਦੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੈ। ਕਿਉਂ ਇਹਦੇ ਸਿਰ ਵੱਡੀ ਜ਼ਿੰਮੇਵਾਰੀ ਹੈ? ਕਿਉਂਕਿ ਇਸ ਨੂੰ ਅਸੀਂ ਭਾਰਤੀ ਸੰਵਿਧਾਨ ਦੀ ਰੱਖਿਅਕ ਦੇ ਵਜੋਂ ਜਾਣਦੇ ਹਾਂ। ਦੋ ਤਿੰਨ ਸ਼ਬਦ ਜਿਹੜੇ ਸੁਪਰੀਮ ਕੋਰਟ ਦੇ ਸੰਦਰਭ ਦੇ ਵਿੱਚ ਵਰਤੇ ਜਾਂਦੇ ਨੇ ਕਿ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਜੀ, ਇਹ ਇੰਡੀਅਨ ਕਨਸਟੀਟਿਊਸ਼ਨ ਦੀ ਗਾਰਡੀਅਨ ਹੈ, ਗਾਰਡੀਅਨ ਆਫ ਇੰਡੀਅਨ ਕਨਸਟੀਟਿਊਸ਼ਨ। ਇਹਨੂੰ ਕਹਿਣਾ ਬਿਲਕੁਲ ਸਹੀ ਰਹੂਗਾ ਕਿਉਂਕਿ ਅਸੀਂ ਪਹਿਲਾਂ ਵੀ ਪੜ੍ਹ ਕੇ ਆ ਚੁੱਕੇ ਹਾਂ ਵੀ ਜਦੋਂ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੀ ਪਾਰਲੀਮੈਂਟ ਜੋ ਕਿ ਸਾਡੀ ਵਿਧਾਨ ਪਾਲਿਕਾ ਕੋਈ ਵੀ ਕਾਨੂੰਨ ਬਣਾਉਂਦੀ ਹੈ ਤੇ ਕਾਰਜਪਾਲਿਕਾ ਕੋਈ ਵੀ ਕਾਨੂੰਨ ਲਾਗੂ ਕਰਦੀ ਹੈ, ਉਹਦੇ ਉੱਪਰ ਨਿਗਾਹ ਕੌਣ ਰੱਖਦੀ ਹੈ? ਸਾਡੇ ਦੇਸ਼ ਦੀ ਸੁਪਰੀਮ ਕੋਰਟ। ਵਿਧਾਨ ਪਾਲਿਕਾ ਕੁਝ ਵੀ ਅਜਿਹਾ ਕਾਨੂੰਨ ਨਹੀਂ ਬਣਾ ਸਕਦੀ, ਸੰਸਦ ਕੁਝ ਵੀ ਅਜਿਹਾ ਕਾਨੂੰਨ ਨਹੀਂ ਬਣਾ ਸਕਦੀ ਜੋ ਕਿ ਸਾਡੇ ਸੰਵਿਧਾਨ ਤੋਂ ਬਾਹਰੀ ਹੈ।
ਜਾਂ ਸਾਡੇ ਸੰਵਿਧਾਨ ਦੀ ਉਲੰਘਣਾ ਕਰਕੇ ਬਣਾਇਆ ਹੋਇਆ ਹੈਗਾ। ਜੇ ਕਦੇ ਵੀ ਸਾਡੇ ਦੇਸ਼ ਦੀ ਸੰਸਦ ਕੁਝ ਅਜਿਹਾ ਕਰਦੀ ਹੈ ਕਿ ਕੋਈ ਅਜਿਹਾ ਕਾਨੂੰਨ ਆਵੇ ਜੋ ਕਿ ਸੰਵਿਧਾਨ ਤੋਂ ਬਾਹਰੀ ਹੈ, ਤਾਂ ਸਾਡੇ ਭਾਰਤ ਦੀ ਸੁਪਰੀਮ ਕੋਰਟ ਉਸ ਜਿਹੜਾ ਪਾਰਟਿਕੂਲਰਲੀ ਕਾਨੂੰਨ ਬਣਿਆ ਉਹਨੂੰ ਰੱਦ ਕਰ ਸਕਦੀ ਹੈ, ਉਹਨੂੰ ਕੈਂਸਲ ਕਰ ਸਕਦੀ ਹੈ। ਅਸੀਂ ਕਿਸੇ ਵੀ ਕਾਨੂੰਨ ਨੂੰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਸਕਦੇ ਆ। ਇਹ ਪੁਆਇੰਟ ਆਪਾਂ ਪੜਿਆ, ਆਪਾਂ ਰਿਟ ਪਾਉਣੇ ਆਰਟੀਕਲ 32 ਨੂੰ ਲੈ ਕੇ, ਉਹਦੇ ਵਿੱਚ ਅਸੀਂ ਸੁਪਰੀਮ ਕੋਰਟ ਦੇ ਵਿੱਚ ਸਿੱਧੇ ਤੌਰ ਤੇ ਕਿਸੇ ਵੀ ਬਣਾਏ ਗਏ ਕਾਨੂੰਨ ਨੂੰ ਚੈਲੰਜ ਕਰ ਸਕਦੇ ਹਾਂ, ਜਿਹਦੇ ਕਰਕੇ ਸਾਡੇ ਦੇਸ਼ ਦੀ ਸੰਵਿਧਾਨ ਸੁਪਰੀਮ ਕੋਰਟ ਨੂੰ ਕਿਹਾ ਜਾਂਦਾ ਹੈ ਭਾਰਤੀ ਸੰਵਿਧਾਨ ਦੀ ਰੱਖਿਅਕ, ਗਾਰਡੀਅਨ ਆਫ ਇੰਡੀਅਨ ਕਨਸਟੀਟਿਊਸ਼ਨ। ਸਾਡੇ ਲਾਅ ਦੀ ਪ੍ਰੋਟੈਕਟਰ ਹੈ ਜਿਹੜੀ ਸਾਡੀ ਸੁਪਰੀਮ ਕੋਰਟ ਹੈ। ਸੁਸਾਇਟੀ ਦਾ ਸਭ ਤੋਂ ਇੰਪੋਰਟੈਂਟ ਕੰਮ ਜਿਹੜਾ ਹੈ ਉਹ ਸੁਪਰੀਮ ਕੋਰਟ ਨੂੰ ਦਿੱਤਾ ਜਾਂਦਾ ਹੈ। ਇੱਕ ਸੁਸਾਇਟੀ ਸਮੂਥਲੀ ਕਿਵੇਂ ਚੱਲੂਗੀ ਜਿੰਨਾ ਟਾਈਮ ਉੱਥੋਂ ਦੇ ਲੋਕ ਅੰਡਰ ਲਾਅ ਰਹਿਣਗੇ। ਇਹ ਲਾਅ, ਇਹ ਸੰਵਿਧਾਨ ਜਦੋਂ ਬਣਨਾ ਸ਼ੁਰੂ ਹੋਇਆ ਸੀ ਉਹਦੇ ਪਿੱਛੇ ਇੱਕੋ ਮੋਟਿਵ ਸੀ ਕਿ ਸਾਰੇ ਲੋਕ ਮਿਲ ਜੁਲ ਕੇ ਰਹਿਣਗੇ, ਚੰਗਾ ਵੀ ਰਹੂਗਾ, ਮਾੜਾ ਵੀ ਰਹੂਗਾ, ਤਕੜਾ ਵੀ ਰਹੂਗਾ, ਗਰੀਬ ਵੀ ਰਹੂਗਾ, ਅਮੀਰ ਵੀ ਰਹੂਗਾ। ਉਸ ਐਸਪੈਕਟ ਨੂੰ ਦੇਖਦੇ ਹੋਏ ਇਹ ਕਨਸਟੀਟਿਊਸ਼ਨ ਬਣੇ, ਇਹ ਲਾਅ ਬਣੇ, ਤਾਂ ਹੀ ਸਾਡੀ ਸੁਸਾਇਟੀ ਹੋਂਦ ਦੇ ਵਿੱਚ ਆਈ ਹੈ। ਨਹੀਂ ਤਾਂ ਫਿਰ ਸਾਡੀ ਸੁਸਾਇਟੀ ਦੇ ਵਿੱਚ ਸਿਰਫ ਕਹਿ ਲਓ ਕਿ ਜਿਹੜੇ ਬੰਦੇ ਚੰਗੇ ਨੇ, ਚੰਗੇ ਇਨ ਦਾ ਸੈਂਸ ਜਿਹੜੇ ਤਕੜੇ ਨੇ, ਜਿਨ੍ਹਾਂ ਕੋਲੇ ਪਾਵਰ ਆ, ਜਿਨ੍ਹਾਂ ਕੋਲੇ ਪੈਸਾ, ਉਹੀ ਹੋਣੇ ਸੀ। ਗਰੀਬ ਬੰਦੇ ਦਾ ਤਾਂ ਕੋਈ ਇੱਥੇ ਕੁਝ ਵੱਟੇ ਹੀ ਨਹੀਂ ਜਾਣਾ ਸੀ। ਤਾਂ ਬੇਸਿਕਲੀ ਸੁਸਾਇਟੀ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਰਿਸਪੌਂਸਿਬਿਲਿਟੀ ਆ ਉਹ ਲਾਅ ਦੀ ਪ੍ਰੋਟੈਕਸ਼ਨ ਕਰਨਾ ਹੈ। ਫੇਰ ਹੀ ਲੋਕ ਇੱਕ ਸਮੂਥਲੀ ਤਰੀਕੇ ਦੇ ਨਾਲ ਸੁਸਾਇਟੀ ਦੇ ਵਿੱਚ ਵਿਚਰਨਗੇ। ਤੇ ਸਭ ਤੋਂ ਇੰਪੋਰਟੈਂਟ ਕੰਮ ਆਪਾਂ ਨੇ ਆਪਣੇ ਦੇਸ਼ ਦੇ ਵਿੱਚ ਕਿਹਨੂੰ ਦਿੱਤਾ ਹੈ? ਸੁਪਰੀਮ ਕੋਰਟ ਨੂੰ ਦਿੱਤਾ ਹੈਗਾ। ਹੁਣ ਆਪਾਂ ਗੱਲ ਕਰਦੇ ਹਾਂ ਸਾਡੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਲੈ ਕੇ ਕੌਣ ਆਇਆ? ਸਾਡੇ ਦੇਸ਼ ਦੀ ਸੁਪਰੀਮ ਕੋਰਟ ਲੈ ਕੇ ਆਏ ਬ੍ਰਿਟਿਸ਼ਰਸ। ਡੈਫੀਨਿਟਲੀ ਜੇ ਅਸੀਂ ਵੈਸੇ ਵੀ ਨਾਰਮਲ ਤੌਰ ਤੇ ਗੱਲ ਕਰੀਏ ਨਾ, ਸਾਡੇ ਪੂਰੀ ਦੁਨੀਆ ਦੇ ਵਿੱਚ ਸੰਵਿਧਾਨ ਦਾ ਕਨਸੈਪਟ ਦੇਣ ਵਾਲੇ ਕੌਣ ਨੇ? ਬ੍ਰਿਟਿਸ਼ਰਸ ਨੇ। ਬੇਸ਼ੱਕ ਅਸੀਂ ਪੜ੍ਹਦੇ ਹਾਂ ਕਿ ਭਾਰਤੀ ਸੰਵਿਧਾਨ ਨਹੀਂ, ਸਾਡੀ ਦੁਨੀਆ ਦੇ ਵਿੱਚ ਸੰਵਿਧਾਨ ਲਾਗੂ ਕਰਨ ਵਾਲਾ ਪਹਿਲਾ ਦੇਸ਼ ਕਿਹੜਾ ਸੀ? ਅਮਰੀਕਾ ਸੀ। ਇਹ ਸਾਨੂੰ ਸਭ ਨੂੰ ਪਤਾ ਹੈ। ਅਮਰੀਕਾ ਨੇ ਲਾਗੂ ਜ਼ਰੂਰ ਕੀਤਾ ਸੀ, ਪਰ ਪੂਰੇ ਵਰਲਡ ਨੂੰ, ਪੂਰੀ ਦੁਨੀਆ ਨੂੰ ਇੱਕ ਲਾਅ ਦਾ ਕਨਸੈਪਟ ਦੇਣ ਵਾਲਾ ਦੇਸ਼ ਬ੍ਰਿਟਿਸ਼ ਸੀਗਾ। ਉਹਨੇ ਬਾਅਦ ਚੋਂ ਜਾ ਕੇ ਚੀਜ਼ਾਂ ਲਾਗੂ ਕਰੀਆਂ, ਪਰ ਕਿਤੇ ਨਾ ਕਿਤੇ ਬ੍ਰਿਟਿਸ਼ਨ ਸੀ ਜਿਨ੍ਹਾਂ ਨੇ ਲੋਕਾਂ ਨੂੰ ਕਾਨੂੰਨ ਦਾ ਮਤਲਬ ਸਮਝਾਇਆ, ਦੁਨੀਆ ਨੂੰ ਕਾਨੂੰਨ ਦਾ ਮਤਲਬ ਸਮਝਾਇਆ। ਸੇਮ ਐਜ਼ ਜਦੋਂ ਸਾਡੇ ਦੇਸ਼ ਦੇ ਵਿੱਚ ਬ੍ਰਿਟਿਸ਼ਰਸ ਰਾਜ ਕਰਨ ਆਏ ਤਾਂ ਉਹਨਾਂ ਦੁਆਰਾ ਪਹਿਲਾ ਐਕਟ ਅਸੀਂ ਸਾਰੇ ਪੜ੍ਹ ਕੇ ਆਏ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਸਾਨੂੰ ਸਭ ਨੂੰ ਪਤਾ ਕਿ ਸਾਡੇ ਦੇਸ਼ ਦੇ ਵਿੱਚ 1773 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਇੱਕ ਐਕਟ ਲੈ ਕੇ ਆਉਂਦੀ ਆ, ਜਿਹਦੇ ਤਹਿਤ ਉਹ ਕੰਪਨੀ ਦੀ ਪਾਵਰ ਨੂੰ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਔਰ ਉਹਦੇ 'ਚ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਐਸਪੈਕਟ ਸਾਡੀ ਭਾਰਤੀ ਸੁਸਾਇਟੀ ਦੇ ਨਾਲ ਜੁੜ ਜਾਂਦਾ ਹੈ ਜੀ। ਉਹ ਐਸਪੈਕਟ ਹੈ ਸਾਡੇ ਦੇਸ਼ ਦੀ ਨਿਆਂਪਾਲਿਕਾ, ਸਾਡੇ ਦੇਸ਼ ਦੀ ਸੁਪਰੀਮ ਕੋਰਟ। ਸੋ ਬੇਸਿਕਲੀ ਜੇ ਆਪਾਂ ਗੱਲ ਕਰੀਏ ਸਾਡੇ ਦੇਸ਼ ਦੀ ਸੁਪਰੀਮ ਕੋਰਟ ਦਾ ਭਾਰਤ ਦੇ ਵਿੱਚ ਆਉਣਾ ਕਿਹੜੇ ਕਰਕੇ ਪੋਸੀਬਲ ਹੈ? ਰੈਗੂਲੇਟਿੰਗ ਐਕਟ 1773 ਕਰਕੇ ਪੋਸੀਬਲ ਹੋਇਆ। ਇਹ ਅਕਸਰ ਪੇਪਰਾਂ 'ਚ ਸਵਾਲ ਪੁੱਛਿਆ ਜਾਂਦਾ। ਮੈਨੂੰ ਲੱਗਦਾ ਇਹ ਸਵਾਲ ਹੁਣ ਤੁਹਾਡੇ ਲਈ ਇੱਕ ਬੜਾ ਬਚਕਾਨਾ ਤੇ ਬੱਚਿਆਂ ਵਾਲਾ ਸਵਾਲ ਬਣ ਚੁੱਕਿਆ। ਇਹਨੂੰ ਆਪਾਂ ਮੋਰ ਦੈਨ ਮਤਲਬ ਟਵਾਈਸ ਥਰਾਈਸ ਡਿਸਕਸ ਕਰ ਚੁੱਕੇ ਹਾਂ। ਰੈਗੂਲੇਟਿੰਗ 1773 ਐਕਟ ਦੇ ਨਾਲ ਭਾਰਤ ਦੇ ਵਿੱਚ ਪਹਿਲੀ ਵਾਰੀ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ। ਔਰ ਇਹ ਸੁਪਰੀਮ ਕੋਰਟ ਕਿਹੜੇ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਗਈ ਸੀ? ਕਲਕੱਤਾ ਦੇ ਵਿੱਚ ਸਥਾਪਿਤ ਕੀਤੀ ਗਈ ਸੀ। ਇਹ ਸੁਪਰੀਮ ਕੋਰਟ ਪਹਿਲਾਂ ਕਿੱਥੇ ਸਥਾਪਿਤ ਕੀਤੀ ਗਈ? ਕਲਕੱਤਾ ਦੇ ਵਿੱਚ ਸਥਾਪਿਤ ਕੀਤੀ ਗਈ। ਹੁਣ ਇੱਥੇ ਦੋ ਪੁਆਇੰਟ ਦਾ ਧਿਆਨ ਰੱਖਣਾ ਜਿਹੜਾ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਜੇ ਤਾਂ ਸਾਨੂੰ ਐਕਟ ਪੁੱਛਿਆ ਗਿਆ ਤਾਂ 1773 ਦਾ ਐਕਟ ਆਊਗਾ। ਜੇ ਸਾਨੂੰ ਈਅਰ ਪੁੱਛਿਆ ਗਿਆ ਤਾਂ ਅਸੀਂ ਉਸ ਈਅਰ ਦਾ ਆਨਸਰ 1774 ਕਰਾਂਗੇ। ਤੁਹਾਡੇ ਹੀ ਪੇਪਰ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਕਿ ਭਾਰਤ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕਿਸ ਸਾਲ ਹੋਈ, ਔਰ ਬਹੁਤੇ ਬੱਚਿਆਂ ਨੇ ਇਹ ਕਨਸੈਪਟ ਗਲਤ ਕਰਿਆ 1773 ਲਗਾ ਕੇ। ਜਦੋਂ ਵੀ ਕੋਈ ਐਕਟ ਬਣਦਾ ਹੈ ਉਹਦੀ ਇੰਪਲੀਮੈਂਟੇਸ਼ਨ ਉਹ ਤੋਂ ਅਗਲੇ ਸਾਲ ਹੁੰਦੀ ਹੈ। ਜਿਵੇਂ ਆਪਾਂ ਹੁਣ ਪੜ੍ਹਦੇ ਆਏ ਆ ਨਾ ਕਿ 42ਵੀਂ ਸੰਵਿਧਾਨਕ ਸੋਧ 1976, ਤਾਂ ਉਹਦੀ ਇੰਪਲੀਮੈਂਟੇਸ਼ਨ 1977 ਤੋਂ ਹੋ। ਜਿਹੜਾ 78 ਐਕਟ ਹੈ ਉਹਦੀ 79 ਤੋਂ ਹੋ। ਤਾਂ ਇਹ ਪੁਆਇੰਟ ਬਿਲਕੁਲ ਧਿਆਨ ਦੇ ਵਿੱਚ ਰੱਖਣਾ ਵੀ ਈਅਰ ਦਾ ਸਵਾਲ ਪੁੱਛਿਆ ਜਾ ਰਿਹਾ ਜਾਂ ਐਕਟ ਦਾ ਸਵਾਲ ਪੁੱਛਿਆ ਜਾ ਰਿਹਾ। ਔਰ ਅਸੀਂ ਸਾਰਿਆਂ ਨੇ ਪੜ੍ਹਿਆ ਸੀ ਕਿ ਜਦੋਂ ਸਾਡੇ ਦੇਸ਼ ਦੇ ਵਿੱਚ 1773 ਦੇ ਵਿੱਚ ਪਹਿਲੀ ਵਾਰੀ ਸੁਪਰੀਮ ਕੋਰਟ ਸਥਾਪਿਤ ਕਰੀ ਗਈ ਤਾਂ ਟੋਟਲ 4 ਜੱਜ ਸੀ, ਜਿਹਦੇ ਵਿੱਚ 1+3 ਦਾ ਕੰਬੀਨੇਸ਼ਨ ਸੀ।
ਜਿਵੇਂ ਕਿ ਅੱਜ ਸਾਡੇ ਦੇਸ਼ ਦੇ ਵਿੱਚ ਮੌਜੂਦਾ ਸਥਿਤੀ ਹੈ ਉਹਦੇ ਅਕੋਰਡਿੰਗਲੀ ਜਿਹੜਾ ਇੱਕ ਜੱਜ ਹੈ ਜੀ ਉਹ ਸਾਡਾ ਚੀਫ ਜਸਟਿਸ ਆਫ ਇੰਡੀਆ ਹੁੰਦਾ ਜੋ ਕਿ ਸੁਪਰੀਮ ਕੋਰਟ ਦਾ ਮੁੱਖ ਜੱਜ ਹੈ। ਜਿਹੜਾ ਇੱਕ ਜੱਜ ਹੈ ਉਹ ਸੁਪਰੀਮ ਕੋਰਟ ਦਾ ਮੁੱਖ ਜੱਜ ਹੈ, ਚੀਫ ਜਸਟਿਸ ਆਫ ਇੰਡੀਆ। ਜਿਹੜੇ ਤਿੰਨ ਨੇ ਜੀ ਉਹ ਸਾਡੇ ਬਾਕੀ ਦੇ ਜੱਜ ਹੁੰਦੇ ਨੇ ਜਿਹੜੇ ਕਿ ਸਹਾਇਕ ਜੱਜ ਨੇ ਜਾਂ ਅਦਰ ਜੱਜਸ ਅਸੀਂ ਕਹਿ ਦਿੰਨੇ ਆ। ਔਰ ਆਪਾਂ ਨੇ ਇਹ ਵੀ ਚੀਜ਼ ਪੜ੍ਹੀ ਸੀ ਕਿ ਭਾਰਤ ਦੇ ਵਿੱਚ ਪਹਿਲਾ ਜਿਹੜਾ 1773 ਦੇ ਐਕਟ ਦੇ ਨਾਲ ਚੀਫ ਜਸਟਿਸ ਆਫ ਇੰਡੀਆ ਆਇਆ ਉਹਦਾ ਨਾਮ ਸਰ ਅਲਾਈਜ਼ਾ ਸੀ। ਭਾਰਤ ਦਾ ਪਹਿਲਾ ਚੀਫ ਜਸਟਿਸ ਆਫ ਇੰਡੀਆ ਜੋ ਕਿ 1773 ਦੇ ਰੈਗੂਲੇਟਿੰਗ ਐਕਟ ਦੇ ਨਾਲ ਆਇਆ ਉਹਦਾ ਨਾਮ ਸਰ ਅਲਾਈਜ਼ਾ ਸੀ। ਇਹ ਯਾਦ ਰੱਖਣੀਆਂ ਨੇ ਚੀਜ਼ਾਂ। ਉਸ ਤੋਂ ਬਾਅਦ ਕੀ ਹੋਇਆ ਸਾਨੂੰ ਪਤਾ ਵੀ 1773 ਤੋਂ ਬਾਅਦ 1947 ਤੱਕ ਸਾਡੇ ਦੇਸ਼ ਦੇ ਉੱਪਰ ਬ੍ਰਿਟਿਸ਼ਰਸ ਦਾ ਹੀ ਰੂਲ ਰਿਹਾ ਹੈਗਾ। ਜਿਵੇਂ ਜਿਵੇਂ ਸਾਡੀ ਕੈਪੀਟਲ ਬਦਲਦੀ ਗਈ ਤਿਵੇਂ ਤਿਵੇਂ ਸਾਡੀ ਸੁਪਰੀਮ ਕੋਰਟ ਦਾ ਹੈੱਡਕੁਆਰਟਰ ਵੀ ਚੇਂਜ ਹੁੰਦਾ ਗਿਆ। ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ 1911 ਦੇ ਵਿੱਚ ਸਾਡੀ ਕੈਪੀਟਲ ਸਿਟੀ ਦੁਬਾਰਾ ਤੋਂ ਦਿੱਲੀ ਬਣਾ ਦਿੱਤੀ ਗਈ। ਉਹਦੇ ਨਾਲ ਹੀ 1911 ਦੇ ਵਿੱਚ ਸਾਡੀ ਸੁਪਰੀਮ ਕੋਰਟ ਵੀ ਦਿੱਲੀ ਦੇ ਵਿੱਚ ਹੀ ਸਥਾਪਿਤ ਕਰ ਦਿੱਤੀ ਗਈ। ਫਾਈਨਲੀ ਅਸੀਂ ਆਪਣਾ ਸੰਵਿਧਾਨ ਬਣਾ ਕੇ ਤਿਆਰ ਕਰਿਆ 26 ਜਨਵਰੀ 1950 ਨੂੰ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸਾਡਾ ਸੰਵਿਧਾਨ ਲਾਗੂ ਕਦੋਂ ਹੋਇਆ 26 ਜਨਵਰੀ 1950 ਨੂੰ। ਜਿਵੇਂ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੁੰਦਾ ਤਿਵੇਂ ਸਾਡੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਜਾਂਦੀ ਹੈ ਨਵਾਂ ਰੂਪ ਦੇ ਕੇ। ਦੇਖੋ ਆਪਾਂ ਇਹ ਨਹੀਂ ਕਹਿੰਦੇ ਕਿ ਅਸੀਂ ਸੁਪਰੀਮ ਕੋਰਟ 28 ਜਨਵਰੀ ਜਾਂ 26 ਜਨਵਰੀ ਨੂੰ ਲੈ ਕੇ ਆਏ ਸੀ, ਗਲਤ ਹੈ। ਸੁਪਰੀਮ ਕੋਰਟ ਦਾ ਕਨਸੈਪਟ ਨਿਆਂਪਾਲਿਕਾ ਦਾ ਕਨਸੈਪਟ ਆਲਰੇਡੀ ਬ੍ਰਿਟਿਸ਼ਨ ਸਾਡੇ ਦੇਸ਼ ਦੇ ਵਿੱਚ ਲੈ ਕੇ ਆ ਚੁੱਕੇ ਸੀ, ਪਰ ਅਸੀਂ ਉਸ ਕਨਸੈਪਟ ਨੂੰ ਰਿਵਾਈਜ਼ ਕੀਤਾ। 1935 ਦੇ ਐਕਟ ਵਾਲੀ ਤੁਸੀਂ ਫੈਡਰਲ ਕੋਰਟ ਸਾਰਿਆਂ ਨੇ ਪੜ੍ਹੀ ਹੈ। ਸਾਡੇ ਦੇਸ਼ ਦੇ ਵਿੱਚ ਫੈਡਰਲ ਕੋਰਟ ਸੀਗੀ ਜਿਹੜੀ ਉਹ ਕਿਹੜੇ ਐਕਟ ਦੇ ਨਾਲ ਆਈ ਹੈ 1935 ਦੇ ਵਿੱਚ। ਇਹੀ ਫੈਡਰਲ ਕੋਰਟ ਅੱਗੇ ਜਾ ਕੇ 28 ਜਨਵਰੀ 1950, ਇਹ ਸਵਾਲ ਵੀ ਤੁਹਾਡੇ ਪੇਪਰ ਦੇ ਵਿੱਚ ਆਇਆ ਹੋਇਆ, 28 ਜਨਵਰੀ 1950 ਨੂੰ ਸਾਡੇ ਭਾਰਤ ਦੀ ਦੁਬਾਰਾ ਤੋਂ ਕੀ ਬਣ ਗਈ ਜੀ ਸੁਪਰੀਮ ਕੋਰਟ ਬਣ ਗਈ। ਤਾਂ ਤੁਸੀਂ ਸਵਾਲ ਦੇ ਜਵਾਬ ਦੇ ਅਕੋਰਡਿੰਗ ਇਹਨੂੰ ਪਿਕ ਕਰਨਾ। ਜੇ ਤਾਂ ਤੁਹਾਨੂੰ ਕੁਐਸਚਨ ਪੁੱਛਿਆ ਗਿਆ ਕਿ ਭਾਰਤ ਦੇ ਵਿੱਚ ਕਿਹੜੇ ਐਕਟ ਦੇ ਨਾਲ ਸੁਪਰੀਮ ਕੋਰਟ ਆਈ ਆ ਤਾਂ ਡੈਫੀਨੇਟਲੀ 1773 ਦਾ ਰੈਗੂਲੇਟਿੰਗ ਐਕਟ ਹੋਊਗਾ। ਜੇ ਆਪਾਂ ਨੂੰ ਪੁੱਛਿਆ ਗਿਆ ਕਿ ਭਾਰਤੀ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਕਰੀ ਗਈ, ਸਵਾਲ ਦੇਖਣਾ ਭਾਰਤੀ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਕਰੀ ਗਈ ਤਾਂ ਡੈਫੀਨੇਟਲੀ ਸਾਡਾ ਆਨਸਰ 28 ਜਨਵਰੀ 1950 ਆਊਗਾ, ਕਿਉਂਕਿ ਅਸੀਂ ਜਿਹੜੀ ਅੱਜ ਦੀ ਸੁਪਰੀਮ ਕੋਰਟ ਹੈ ਸਾਡਾ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਜਿਹੜੀ ਅਸੀਂ ਬਣਾਈ ਹੈ ਉਹ 28 ਜਨਵਰੀ 1950 ਨੂੰ ਸਥਾਪਿਤ ਕਰੀ ਗਈ ਹੈ। ਇੱਥੇ ਇਹ ਪੁਆਇੰਟ ਬਿਲਕੁਲ ਇੰਪੋਰਟੈਂਟਲੀ ਧਿਆਨ ਦੇ ਵਿੱਚ ਰੱਖਣਾ। ਹੋ ਗਿਆ ਜੀ ਸਾਰਿਆਂ ਦਾ। ਅਗਲਾ ਪੁਆਇੰਟ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਸਾਡੇ ਦੇਸ਼ ਦੀ ਨਿਆਂਪਾਲਿਕਾ ਹੈ ਇਹ ਯਾਦ ਰੱਖਣਾ ਇੰਪੋਰਟੈਂਟ ਹੈ। ਕਈ ਵਾਰੀ ਸਾਨੂੰ ਆਏ ਲਿਖਿਆ ਹੁੰਦਾ ਨਾ ਕਿ ਹੇਠ ਲਿਖੇ ਕਥਨਾਂ ਦੇ ਵਿੱਚੋਂ ਕਿਹੜਾ ਕਥਨ ਸਹੀ ਹੈ, ਤਾਂ ਉੱਥੇ ਇਹੋ ਜਿਹੇ ਫੈਕਟ ਸਾਨੂੰ ਦੇਖਣ ਨੂੰ ਮਿਲਣਗੇ। ਜੇ ਆਪਾਂ ਕਹੀਏ ਸਾਡੇ ਦੇਸ਼ ਦੀ ਨਿਆਂਪਾਲਿਕਾ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਤੋਂ ਸੁਤੰਤਰ ਹੈ, ਸਾਡੇ ਦੇਸ਼ ਦੀ ਨਿਆਂਪਾਲਿਕਾ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਤੋਂ ਸੁਤੰਤਰ ਹੈ, ਇਹ ਬਿਲਕੁਲ ਕਹਿਣਾ ਵਾਜਿਬ ਹੈ। ਸਾਡੇ ਦੇਸ਼ ਦੀ ਨਿਆਂਪਾਲਿਕਾ ਭਾਵ ਕਿ ਸਾਡੇ ਦੇਸ਼ ਦੀ ਸੁਪਰੀਮ ਕੋਰਟ ਸਾਡੇ ਦੇਸ਼ ਦੀ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਤੋਂ ਕੀ ਹੈ ਸੁਤੰਤਰ ਹੈ। ਕਈ ਵਾਰੀ ਫੈਕਟ ਲਿਖੇ ਆਉਂਦੇ ਹੁੰਦੇ ਨੇ ਰਾਜੇ ਕਿ ਨੀਚੇ ਦਿੱਤੇ ਕਥਨਾਂ ਤੇ ਗੌਰ ਕਰੋ ਤੇ ਸਹੀ ਚੁਣੋ। ਆਪਾਂ ਕਲਾਸ 'ਚ ਸਵਾਲ ਵੀ ਕਰੇ ਨੇ ਨਾ ਇਹਦੇ, ਤਾਂ ਉਦੋਂ ਫਿਰ ਤੁਹਾਨੂੰ ਇਹੋ ਜਿਹੀਆਂ ਲਾਈਨਾਂ ਬੜੀਆਂ ਕੰਮ 'ਚ ਆਉਂਦੀਆਂ ਨੇ ਕਿ ਸਾਡੇ ਦੇਸ਼ ਦੀ ਨਿਆਂਪਾਲਿਕਾ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਤੋਂ ਸੁਤੰਤਰ ਹੈ। ਕਿਸੇ ਵੀ ਤਰੀਕੇ ਦੇ ਨਾਲ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਨਿਆਂਪਾਲਿਕਾ ਨੂੰ ਦਬਾ ਨਹੀਂ ਸਕਦੀਆਂ ਕਿਸੇ ਵੀ ਤਰੀਕੇ ਦੇ ਪ੍ਰੈਸ਼ਰ ਦੇ ਨਾਲ। ਅਗਲਾ ਪੁਆਇੰਟ ਇੱਥੇ ਕੀ ਇੰਪੋਰਟੈਂਟ ਆ ਕਿ ਸਾਡੇ ਦੇਸ਼ ਦਾ ਜੁਡੀਸ਼ੀਅਲ ਸਿਸਟਮ, ਇਹ ਵੀ ਸਾਨੂੰ ਪੇਪਰ 'ਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਸਾਡੇ ਦੇਸ਼ ਦਾ ਜੁਡੀਸ਼ੀਅਲ ਸਿਸਟਮ ਹੈ ਜਿਹੜਾ ਸਾਡੇ ਦੇਸ਼ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਇਹ ਇੰਟੀਗ੍ਰੇਟਡ ਮੈਨਰ ਦੇ ਵਿੱਚ ਕੰਮ ਕਰਦਾ ਹੈ। ਇੰਟੀਗ੍ਰੇਟਡ ਮੈਨਰ ਭਾਵ ਏਕੀਕ੍ਰਿਤ, ਇਹ ਯਾਦ ਰੱਖਣਾ ਤੁਸੀਂ। ਸਾਡੇ ਦੇਸ਼ ਦਾ ਜੁਡੀਸ਼ੀਅਲ ਸਿਸਟਮ ਹੈ ਜਿਹੜਾ ਇਹ ਇੰਟੀਗ੍ਰੇਟਡ ਮੈਨਰ ਦੇ ਵਿੱਚ ਕੰਮ ਕਰਦਾ ਹੈਗਾ, ਭਾਵ ਕਿ ਜੇ ਆਪਾਂ ਗੱਲ ਕਰੀਏ ਕਿਹੜੇ ਮੈਨਰ ਦੇ ਵਿੱਚ ਏਕੀਕ੍ਰਿਤ। ਏਕੀਕ੍ਰਿਤ ਦਾ ਮਤਲਬ ਕੀ ਹੈ ਕੋਰਟਸ ਆਪਸ ਦੇ ਵਿੱਚ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਅਸੀਂ ਡਿਸਟ੍ਰਿਕਟ ਕੋਰਟ ਦੇ ਵਿੱਚ ਜਾਂਦੇ ਆ, ਇੱਥੇ ਸਾਡਾ ਕੋਈ ਫੈਸਲਾ ਨਹੀਂ ਹੁੰਦਾ, ਅਸੀਂ ਹਾਈ ਕੋਰਟ 'ਚ ਜਾਂਦੇ ਆ, ਇੱਥੇ ਫੈਸਲਾ ਨਹੀਂ ਹੁੰਦਾ, ਫਿਰ ਅਸੀਂ ਕਿੱਥੇ ਜਾਂਦੇ ਆ
ਸੁਪਰੀਮ ਕੋਰਟ ਦੇ ਵਿੱਚ ਜਾਂਦੇ ਆ। ਤਾਂ ਮਤਲਬ ਇਹ ਆਪਸ ਦੇ ਵਿੱਚ ਜੁੜਿਆ ਹੋਇਆ ਸਿਸਟਮ ਹੈਗਾ। ਬਹੁਤੀ ਜਗ੍ਹਾ ਤੇ ਹਾਈ ਕੋਰਟ ਨੂੰ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਮੰਨਣੀਆਂ ਪੈਂਦੀਆਂ ਨੇ, ਕਿਉਂਕਿ ਉਹ ਸਾਡੇ ਦੇਸ਼ ਦੀ ਸਭ ਤੋਂ ਉੱਚ ਅਦਾਲਤ ਹੈ, ਸਰਵ ਉੱਚ ਅਦਾਲਤ ਹੈ। ਇਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇੰਟੀਗ੍ਰੇਟਡ ਮੈਨਰ ਹੈ, ਸੈਪਰੇਟ ਮੈਨਰ ਨਹੀਂ ਹੈਗਾ, ਆਈਸੋਲੇਟਡ ਮੈਨਰ ਨਹੀਂ ਹੈਗਾ, ਇਹ ਯਾਦ ਰੱਖਣਾ। ਆਈਸੋਲੇਟਡ ਦਾ ਮਤਲਬ ਕੀ ਹੁੰਦਾ? ਵੱਖੋ ਵੱਖਰਾ, ਵੀ ਸਾਡੀ ਹਾਈ ਕੋਰਟ ਦਾ ਪ੍ਰਭਾਵ ਕੋਈ ਡਿਸਟ੍ਰਿਕਟ ਕੋਰਟ ਤੇ ਨਹੀਂ, ਜਾਂ ਸਾਡੀ ਸੁਪਰੀਮ ਕੋਰਟ ਦਾ ਪ੍ਰਭਾਵ ਕੋਈ ਹਾਈ ਕੋਰਟ ਤੇ ਨਹੀਂ। ਜੇ ਇਹ ਹੁੰਦਾ ਫਿਰ ਤਾਂ ਆਈਸੋਲੇਟਡ ਸੀ, ਕੱਲਾ ਕੱਲਾ ਆਪਣੇ ਆਪ ਦੇ ਵਿੱਚ ਕੰਮ ਕਰ ਰਿਹਾ ਹੈ। ਪਰ ਸਾਡੇ ਦੇਸ਼ ਦੀ ਜੁਡੀਸ਼ਰੀ ਇੰਟੀਗ੍ਰੇਟਡ ਆ, ਜੁੜੀ ਹੋਈ ਆ, ਕਿਉਂਕਿ ਕਿਤੇ ਨਾ ਕਿਤੇ ਸਾਡਾ ਸਟੇਟ ਤੇ ਸੈਂਟਰ ਜੁੜਿਆ ਹੋਇਆ। ਅਸੀਂ ਆਪਦੀ ਮਰਜ਼ੀ ਦੇ ਨਾਲ ਸਟੇਟਸ ਸੈਪਰੇਟ ਥੋੜਾ ਕਰ ਸਕਦੇ ਹਾਂ। ਸਟੇਟ ਹਮੇਸ਼ਾ ਕਿਹਦੇ ਅੰਡਰ ਰਹਿ ਕੇ ਕੰਮ ਕਰਦਾ? ਸੈਂਟਰ ਦੇ ਅੰਡਰ ਰਹਿ ਕੇ ਕੰਮ ਕਰਦਾਗਾ, ਜਿਹਦੇ ਕਰਕੇ ਆਪਾਂ ਕਹਿੰਦੇ ਆ ਕਿ ਭਾਈ ਇਹ ਇੱਕ ਇੰਟੀਗ੍ਰੇਟਡ ਮੈਨਰ ਦੇ ਵਿੱਚ ਕੰਮ ਕਰਦੀ ਹੈ। ਇਹ ਪੁਆਇੰਟ ਏਕੀਕ੍ਰਿਤ ਮੈਨਰ ਦੇ ਵਿੱਚ ਕੰਮ ਕਰਦੀ ਹੈ। ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ। ਅਗਲੇ ਪੁਆਇੰਟ ਤੇ ਚੱਲਦੇ ਹਾਂ। ਜੇ ਆਪਾਂ ਆਪਣੇ ਦੇਸ਼ ਦੀ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਸਾਡੇ ਇੱਕ ਹੋਰ ਚੀਜ਼ ਧਿਆਨ ਦੇ ਵਿੱਚ ਰੱਖਣਾ, ਅਜਿਹਾ ਕਿਹੜਾ ਦੇਸ਼ ਆ ਜਿੱਥੇ ਇੰਟੀਗ੍ਰੇਟਡ ਮੈਨਰ ਦੇ ਵਿੱਚ ਨਹੀਂ ਕੰਮ ਕਰਦੀ ਉੱਥੋਂ ਦੀ ਜੁਡੀਸ਼ਰੀ? ਤੁਹਾਨੂੰ ਕੋਰਿਲੇਟ ਕਰਕੇ ਨਾਲ ਦੇ ਦੇਸ਼, ਖਾਸ ਕਰਕੇ ਬ੍ਰਿਟਿਸ਼ ਤੇ ਅਮਰੀਕਾ, ਖਾਸ ਕਰਕੇ ਇੰਗਲੈਂਡ ਤੇ ਅਮਰੀਕਾ ਦੇ ਬੇਸਿਕ ਕਨਸਟੀਟਿਊਸ਼ਨ ਦੀ ਨੌਲੇਜ ਹੋਣੀ ਚਾਹੀਦੀ ਆ। ਜੇ ਆਪਾਂ ਗੱਲ ਕਰੀਏ ਜੀ ਪੂਰੀ ਦੁਨੀਆ ਦੇ ਵਿੱਚ ਅਮਰੀਕਾ ਇੱਕ ਅਜਿਹਾ ਦੇਸ਼ ਆ ਜਿੱਥੇ ਕਿ ਉੱਥੋਂ ਦਾ ਜੁਡੀਸ਼ੀਅਲ ਸਿਸਟਮ ਹੈ ਜਿਹੜਾ ਉਹ ਇੰਟੀਗ੍ਰੇਟਡ ਮੈਨਰ ਦੇ ਵਿੱਚ ਕੰਮ ਨਹੀਂ ਕਰਦਾ। ਇੰਟੀਗ੍ਰੇਟਡ ਮੈਨਰ ਦੇ ਵਿੱਚ ਕੰਮ ਕਿਉਂ ਨਹੀਂ ਕਰਦਾ? ਕਿਉਂਕਿ ਸਾਨੂੰ ਪਤਾ ਹੈ ਅਮਰੀਕਾ ਦੇ ਵਿੱਚ ਕਿਹੜਾ ਸਿਸਟਮ ਹੈ? ਫੈਡਰਲ ਸਿਸਟਮ ਹੈ। ਅਮਰੀਕਾ ਦੇ ਵਿੱਚ ਕਿਹੜਾ ਸਿਸਟਮ ਹੈ? ਫੈਡਰਲ ਸਿਸਟਮ ਹੈ। ਫੈਡਰਲ ਸਿਸਟਮ ਦਾ ਮਤਲਬ ਕੀ ਹੈ? ਵੀ ਕੇਂਦਰ ਕੋਲੇ ਆਪਣੀ ਪਾਵਰ ਹੈ ਔਰ ਜਿਹੜੇ ਉੱਥੋਂ ਦੇ ਰਾਜ ਨੇ ਉਹਨਾਂ ਕੋਲੇ ਆਪਣੀ ਪਾਵਰ ਹੈ। ਕੇਂਦਰ ਤੇ ਰਾਜ ਇੱਕ ਦੂਜੇ ਦੀ ਪਾਵਰ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ। ਇਹ ਡਿਪੈਂਡੈਂਟਲੀ ਨਹੀਂ ਹੈਗੇ, ਇੰਡੀਪੈਂਡੈਂਟਲੀ ਨੇ, ਸੁਤੰਤਰ ਹੈ। ਉੱਥੋਂ ਦਾ ਸਟੇਟ ਉਨਾ ਹੀ ਪਾਵਰਫੁਲ ਹੈ ਜਿੰਨਾ ਉੱਥੋਂ ਦਾ ਕੇਂਦਰ ਪਾਵਰਫੁਲ ਹੈ, ਜਿਹਦੇ ਕਰਕੇ ਅਮਰੀਕਾ ਦੇ ਵਿੱਚ ਇੰਟੀਗ੍ਰੇਟਡ ਮੈਨਰ 'ਚ ਕੰਮ ਨਹੀਂ ਕਰਨਗੇ, ਮਿਲ ਕੇ ਕੰਮ ਨਹੀਂ ਕਰਦੇ, ਟੋਟਲੀ ਸੈਪਰੇਟਡ ਮੈਨਰ ਦੇ ਵਿੱਚ ਕੰਮ ਕਰਦੇ ਨੇ। ਤਾਂ ਤੁਹਾਨੂੰ ਪੇਪਰ ਦੇ ਵਿੱਚ ਅਜਿਹੇ ਸਵਾਲ ਪੁੱਛੇ ਜਾ ਸਕਦੇ ਨੇ ਕਿ ਕਿਸੇ ਅਜਿਹੇ ਦੇਸ਼ ਦੀ ਉਦਾਹਰਣ ਦਿਓ ਜਿੱਥੇ ਇੰਟੀਗ੍ਰੇਟਡ ਮੈਨਰ ਦੇ ਵਿੱਚ ਨਿਆਂਪਾਲਿਕਾ ਦਾ ਸਿਸਟਮ ਫੋਲੋ ਨਹੀਂ ਕਰਿਆ ਜਾਂਦਾ, ਤਾਂ ਸਾਡਾ ਆਨਸਰ ਅਮਰੀਕਾ ਹੋਊਗਾ। ਪਰ ਭਾਰਤ ਦੇ ਵਿੱਚ ਇੰਟੀਗ੍ਰੇਟਡ ਮੈਨਰ ਦੇ ਵਿੱਚ ਹੈ। ਕਿਉਂ ਹੈ? ਕਿਉਂਕਿ ਸਾਡੇ ਦੇਸ਼ ਦੇ ਵਿੱਚ ਸੈਂਟਰ ਤੇ ਸਟੇਟ ਜੁੜੇ ਹੋਏ ਨੇ। ਇਹ ਪੁਆਇੰਟ ਬਿਲਕੁਲ ਦਿਮਾਗ ਦੇ ਵਿੱਚ ਰੱਖਣਾ ਹੈਗਾ। ਜੇ ਆਪਾਂ ਗੱਲ ਕਰੀਏ ਹੋਰ ਪੁਆਇੰਟ ਦੀ, ਜੇ ਆਪਾਂ ਗੱਲ ਕਰੀਏ ਸਾਡੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਪਾਵਰਫੁਲ ਬਹੁਤ ਹੈ। ਇਹਦੀ ਪਾਵਰ ਆਲਮੋਸਟ ਅਮਰੀਕਾ ਦੀ ਸੁਪਰੀਮ ਕੋਰਟ ਦੇ ਨਾਲ ਮਿਲਦੀ ਜੁਲਦੀ ਹੈ, ਪਰ ਕਿਤੇ ਨਾ ਕਿਤੇ ਉੱਥੇ ਸਿਸਟਮ ਇੰਟੀਗ੍ਰੇਟਡ ਮੈਨਰ ਦੇ ਵਿੱਚ ਨਹੀਂ ਕੰਮ ਕਰਦਾ। ਅਗਲਾ ਪੁਆਇੰਟ ਜੇ ਆਪਾਂ ਗੱਲ ਕਰੀਏ ਸਾਡੇ ਦੇਸ਼ ਦੀ ਸੁਪਰੀਮ ਕੋਰਟ ਦੀ, ਤਾਂ ਸਾਨੂੰ ਸਾਰਿਆਂ ਨੂੰ ਇੱਕ ਪੁਆਇੰਟ ਪਤਾਗਾ ਵੀ ਭਾਈ ਸਾਡੇ ਦੇਸ਼ ਦੀ ਸੁਪਰੀਮ ਕੋਰਟ ਹੈ ਜਿਹੜੀ, ਠੀਕ ਹੈ, ਉਹ ਕਿਸ ਤਰੀਕੇ ਦੇ ਨਾਲ ਬਣੀ ਹੈਗੀ? ਦੋ ਤਰੀਕੇ ਦੇ ਜੱਜਾਂ ਦੇ ਨਾਲ ਬਣੀ ਹੈ। ਇੱਕ ਤਾਂ ਸਾਡੇ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਹੁੰਦਾ ਹੈ ਔਰ ਇਹਦੇ ਨਾਲ ਬਾਕੀ ਦੇ ਕੀ ਹੁੰਦੇ ਨੇ? ਅਦਰ ਜੱਜਸ ਹੁੰਦੇ ਨੇ। ਇੱਕ ਤਾਂ ਮੁੱਖ ਜੱਜ ਹੋਊਗਾ ਹੀ ਹੋਊਗਾ ਨਾ। ਚੀਫ ਜਸਟਿਸ ਆਫ ਇੰਡੀਆ ਦਾ ਮਤਲਬ ਕੀ ਹੈ? ਸੁਪਰੀਮ ਕੋਰਟ ਦਾ ਮੁੱਖ ਜੱਜ। ਇਹਦਾ ਮਤਲਬ ਕੀ ਹੈ? ਸੁਪਰੀਮ ਕੋਰਟ ਦਾ ਮੁੱਖ ਜੱਜ। ਇੱਕ ਮੁੱਖ ਜੱਜ ਹੈ ਔਰ ਬਾਕੀ ਦੇ ਇਹਦੇ ਨਾਲ ਕੰਬੀਨੇਸ਼ਨ ਦੇ ਵਿੱਚ ਜੱਜ ਆਉਂਦੇ ਨੇ। ਜੇ ਆਪਾਂ ਗੱਲ ਕਰੀਏ ਪ੍ਰੈਜ਼ੈਂਟ ਦੀ, ਜੇ ਆਪਾਂ ਗੱਲ ਕਰੀਏ ਮੌਜੂਦਾ ਦੀ, ਤਾਂ ਮੌਜੂਦਾ ਭਾਰਤ ਦੇ ਵਿੱਚ ਟੋਟਲ ਸੁਪਰੀਮ ਕੋਰਟ ਦੇ 34 ਜੱਜ ਨੇ। ਮੌਜੂਦਾ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੇ ਕਿੰਨੇ ਜੱਜ ਨੇ? 34 ਜੱਜ ਨੇ, ਜਿਹਦੇ ਵਿੱਚ ਕੰਬੀਨੇਸ਼ਨ ਬਣਦਾ ਹੈ 1+33 ਦਾ। ਜਿਹੜਾ ਤੁਹਾਡਾ ਇੱਕ ਹੈ ਜੀ ਇਹ ਸੁਪਰੀਮ ਕੋਰਟ ਦਾ ਮੁੱਖ ਜੱਜ ਹੈ, ਜਿਹਨੂੰ ਤੁਸੀਂ ਚੀਫ ਜਸਟਿਸ ਆਫ ਇੰਡੀਆ ਕਹਿ ਦਿੰਦੇ ਹੋ। ਇਹ ਜਿਹੜੇ 33 ਨੇ ਜੀ ਇਹ ਤੁਹਾਡੇ ਬਾਕੀ ਦੇ ਜੱਜ ਨੇ। ਇਸ ਤਰੀਕੇ ਨਾਲ ਸਾਡੇ ਦੇਸ਼ ਦਾ ਸਟਰਕਚਰ ਕੰਮ ਕਰਦਾ ਹੈਗਾ। ਹੁਣ ਇੰਪੋਰਟੈਂਟਲੀ ਇੱਥੇ ਇੱਕ ਹੋਰ ਪੁਆਇੰਟ ਧਿਆਨ ਦੇ ਵਿੱਚ ਰੱਖਣਾ ਹੈ ਕਿ ਜੱਜਾਂ ਦੀ ਗਿਣਤੀ ਸਮੇਂ-ਸਮੇਂ ਤੇ ਘਟਦੀ ਜਾਂਦੀ ਹੈ ਜਾਂ ਵੱਧਦੀ ਜਾਂਦੀ ਹੈ। ਇਹ ਡਿਪੈਂਡ ਕਰਦਾ ਪਾਰਲੀਮੈਂਟ ਤੇ। ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ 1950 ਵਾਲੀ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ, ਅਸੀਂ ਕਿਹਾ ਕਿ ਸਾਡੇ ਦੇਸ਼ ਦੀ ਸੁਪਰੀਮ ਕੋਰਟ ਕਦੋਂ ਸਥਾਪਿਤ ਕੀਤੀ ਗਈ? 1950 ਦੇ ਵਿੱਚ ਸਥਾਪਿਤ ਕੀਤੀ ਗਈ। 1950 ਦੇ ਵਿੱਚ ਟੋਟਲ 8 ਜੱਜ ਹੁੰਦੇ ਸੀ ਰਾਜੇ, ਜਿਹਦੇ ਵਿੱਚ 1+7 ਦਾ ਕੰਬੀਨੇਸ਼ਨ ਸੀ। ਕਈ ਵਾਰੀ ਪੇਪਰ ਦੇ ਵਿੱਚ ਸਵਾਲ ਪੁੱਛਿਆ ਜਾਂਦਾ ਹੈ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਜਾਂ ਘਟਾਉਣ ਦੀ ਰਿਸਪੌਂਸਿਬਿਲਿਟੀ ਕਿਹਦੀ ਆ, ਜਾਂ ਕਿਹਦੇ ਕੋਲੇ ਪਾਵਰ ਹੈ ਕਿ ਸਾਡੇ ਦੇਸ਼ ਦੇ ਵਿੱਚ ਜੱਜਾਂ ਦੀ ਗਿਣਤੀ ਵਧਾ ਜਾਂ ਘਟਾ ਸਕਦਾ ਹੈ? ਤਾਂ ਸਾਡਾ ਆਨਸਰ ਆਊਗਾ ਭਾਰਤੀ ਪਾਰਲੀਮੈਂਟ ਕੋਲੇ। ਹਮੇਸ਼ਾ ਜੱਜਾਂ ਦੀ ਗਿਣਤੀ ਵੱਧਦੀ ਹੈ ਬੇਸਡ ਔਨ ਪਾਪੂਲੇਸ਼ਨ। ਜੇ ਸਾਡੇ ਦੇਸ਼ ਦੀ ਪਾਪੂਲੇਸ਼ਨ ਵਧੂਗੀ
ਤਾਂ ਡੈਫੀਨੇਟਲੀ ਕ੍ਰਾਈਮ ਵਧੂਗਾ ਤਾਂ ਉਹਦਾ ਫੈਸਲਾ ਕਰਨ ਵਾਸਤੇ ਜੱਜ ਜ਼ਿਆਦਾ ਚਾਹੀਦੇ ਨੇ, ਤਾਂ ਉਹਦੇ ਆਧਾਰ ਤੇ ਸਾਡੇ ਜੱਜਾਂ ਦੀ ਜਿਹੜੀ ਗਿਣਤੀ ਆ ਉਹ ਵੀ ਜ਼ਿਆਦਾ ਹੋਊਗੀ। 1950 ਦੇ ਵਿੱਚ ਟੋਟਲ 8 ਜੱਜ ਸੀ। ਆਪਾਂ ਸਾਰੀ ਲਿਸਟ ਕਰ ਲੈਂਦੇ ਆ ਕਦੋਂ ਕਿੰਨੇ ਸੀ, ਕਈ ਵਾਰੀ ਸਾਨੂੰ ਇਹਦਾ ਵੀ ਸਵਾਲ ਪੁੱਛ ਲਿਆ ਜਾਂਦਾ ਹੈ। ਫਿਰ ਅਸੀਂ 1956 ਦੇ ਵਿੱਚ ਵਧਾਏ, ਜਿਹਦੇ ਵਿੱਚ ਅਸੀਂ ਇਹਨਾਂ ਦੀ ਗਿਣਤੀ ਟੋਟਲ 10 ਕਰਤੀ। 1956 ਦੇ ਵਿੱਚ 10 ਹੋ ਗਏ। ਉਸ ਤੋਂ ਬਾਅਦ 1966 ਦੇ ਵਿੱਚ ਰਜੇ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ 13 ਹੋ ਗਈ। ਇਹ ਜ਼ਰੂਰ ਤੁਸੀਂ ਲਿਖ ਲਿਓ, ਕੁਝ ਡੇਟਾ ਫੈਕਚੁਅਲ ਹੁੰਦਾ ਉਹ ਸਾਨੂੰ ਐਜ਼ ਇਟ ਇਜ਼ ਲਿਖਣਾ ਪੈਂਦਾ ਹੈਗਾ। 1977 ਦੇ ਵਿੱਚ ਫਿਰ ਇਹਨਾਂ ਦੀ ਗਿਣਤੀ ਦੁਬਾਰਾ ਵਧੀ, ਕਿੰਨੀ ਹੋ ਗਈ ਜੀ 17 ਹੋ ਗਈ। 10-10 ਸਾਲ ਦੇ ਗੈਪ ਤੇ ਪ੍ਰੈਜ਼ੈਂਟਲੀ ਰਿਵਾਈਜ਼ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ 1986 ਦੇ ਵਿੱਚ ਫੇਰ ਵਧੀ, ਜਦੋਂ ਵੱਧ ਕੇ ਇਹ ਕਿੰਨੀ ਹੋ ਗਈ 25 ਹੋ ਗਈ 25 ਹੋ ਗਈ। ਉਸ ਤੋਂ ਬਾਅਦ ਫਿਰ 2009 ਦੇ ਵਿੱਚ ਵਧੀ, ਜਦੋਂ ਇਹ ਵੱਧ ਕੇ ਕਿੰਨੀ ਹੋ ਗਈ 31 ਹੋ ਗਈ। ਉਸ ਤੋਂ ਬਾਅਦ ਫਿਰ ਆਪਣੀ ਜਿਹੜੀ ਪ੍ਰੈਜ਼ੈਂਟ ਹੈ, ਜਿਹੜੀ ਆਪਣੀ ਮੌਜੂਦਾ ਜੱਜਾਂ ਦੀ ਗਿਣਤੀ ਆ ਉਹ ਕਿੰਨੀ ਹੈ 34 ਹੈ। 1 + 33 ਦਾ ਕੰਬੀਨੇਸ਼ਨ ਹੈ। ਇਹ ਪੁਆਇੰਟ ਤੁਸੀਂ ਦਿਮਾਗ ਦੇ ਵਿੱਚ ਰੱਖਣਾ ਹੈਗਾ, ਠੀਕ ਹੈ। ਤੇ ਜੇ ਆਪਾਂ ਨੂੰ ਸਵਾਲ ਪੁੱਛਿਆ ਗਿਆ ਕਿ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧਾਉਣ ਜਾਂ ਘਟਾਉਣ ਦੀ ਪਾਵਰ ਕਿਹਦੇ ਕੋਲੇ ਹੈ, ਤਾਂ ਸਾਡਾ ਜੇ ਆਪਾਂ ਗੱਲ ਕਹੀਏ ਕਿੰਨੀ ਹੋਊਗੀ, ਕਿਹਦੇ ਕੋਲੇ ਹੋਊਗੀ, ਭਾਰਤੀ ਸੰਸਦ ਕੋਲੇ ਹੋਊਗੀ। ਮਨਪ੍ਰੀਤ ਮਿਲ ਗਿਆ ਤੁਹਾਨੂੰ ਜਵਾਬ ਮੇਰੇ ਖਿਆਲ ਦੇ ਵਿੱਚ। ਓਰੀਜਨਲੀ ਸਾਡੇ ਦੇਸ਼ ਦੇ ਵਿੱਚ 8 ਜੱਜ ਸੀਗੇ, 1 + 7 ਦਾ ਕੰਬੀਨੇਸ਼ਨ ਸੀ। ਬਾਅਦ ਚੋਂ ਟਾਈਮ ਟੂ ਟਾਈਮ ਜਾ ਕੇ ਇਹ ਜਿਹੜੇ ਜੱਜ ਨੇ ਡੈਫੀਨੇਟਲੀ ਵਧਦੇ ਗਏ ਨੇ ਅਕੋਰਡਿੰਗ ਟੂ ਦਾ ਪਾਪੂਲੇਸ਼ਨ ਆਫ ਇੰਡੀਆ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਆਪਾਂ ਉਸੇ ਪੁਆਇੰਟ ਤੇ ਦੁਬਾਰਾ ਆਉਨੇ ਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਸਟਰਕਚਰ ਹੈ ਉਹਦੇ ਵਿੱਚ ਇੱਕ ਚੀਫ ਜਸਟਿਸ ਆਫ ਇੰਡੀਆ ਹੁੰਦਾ ਹੈ, ਇਹਦੇ ਨਾਲ ਬਾਕੀ ਦੇ ਜੱਜਸ ਹੁੰਦੇ ਨੇ। ਹੁਣ ਸਭ ਤੋਂ ਪਹਿਲਾਂ ਮੇਨ ਪੁਆਇੰਟ ਇਹ ਆ ਵੀ ਚੀਫ ਜਸਟਿਸ ਆਫ ਇੰਡੀਆ ਦੀ ਨਿਯੁਕਤੀ ਕੌਣ ਕਰਦਾ ਹੈ, ਔਰ ਜੇ ਆਪਾਂ ਗੱਲ ਕਰੀਏ ਅਦਰ ਜੱਜਸ ਨੇ ਜਿਹੜੇ ਬਾਕੀ ਦੇ ਜੱਜਸ ਨੇ, ਉਹਨਾਂ ਦੀ ਨਿਯੁਕਤੀ ਜਾਂ ਉਹਨਾਂ ਦੀ ਅਪਾਇੰਟਮੈਂਟ ਕੌਣ ਕਰਦਾ ਹੈ। ਪਹਿਲਾ ਸਵਾਲ ਤਾਂ ਇਹ ਇੰਪੋਰਟੈਂਟ ਹੈ ਕਿ ਇਹਨਾਂ ਦੀ ਅਪਾਇੰਟਮੈਂਟ ਹੁੰਦੀ ਹੈ, ਇਹਨਾਂ ਦੀ ਨਿਯੁਕਤੀ ਹੁੰਦੀ ਹੈ। ਸਾਡੇ ਦੇਸ਼ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ 3 ਤਰੀਕੇ ਨਾਲ 4 ਤਰੀਕੇ ਨਾਲ ਅਹੁਦੇ ਆਉਂਦੇ ਨੇ। ਜਾਂ ਤਾਂ ਅਹੁਦੇ ਚੁਣ ਕੇ ਆਉਂਦੇ ਨੇ, ਇਲੈਕਟ ਹੋ ਕੇ ਆਉਂਦੇ ਨੇ, ਡਾਇਰੈਕਟਲੀ ਇਲੈਕਸ਼ਨ ਹੈ, ਇਨਡਾਇਰੈਕਟਲੀ ਇਲੈਕਸ਼ਨ ਹੈ, ਜਾਂ ਫਿਰ ਅਪਾਇੰਟਮੈਂਟ ਦੇ ਥਰੂ ਆਉਂਦੇ ਨੇ, ਨਿਯੁਕਤ ਹੋ ਕੇ ਆਉਂਦੇ ਨੇ, ਜਾਂ ਸਿਲੈਕਟ ਹੋ ਕੇ ਆਉਂਦੇ ਨੇ, ਜਾਂ ਨੋਮੀਨੇਟ ਹੋ ਕੇ ਆਉਂਦੇ ਨੇ। ਸਾਡੇ ਦੇਸ਼ ਦੇ ਵਿੱਚ ਜੱਜਾਂ ਦੀ ਹਮੇਸ਼ਾ ਕੀ ਕਰੀ ਜਾਂਦੀ ਆ, ਅਪਾਇੰਟਮੈਂਟ ਕਰੀ ਜਾਂਦੀ ਹੈ, ਨਿਯੁਕਤੀ ਕਰੀ ਜਾਂਦੀ ਹੈ। ਇੱਥੇ 2 ਪੁਆਇੰਟ ਇੰਪੋਰਟੈਂਟ ਨੇ ਕਿ ਸਭ ਤੋਂ ਪਹਿਲਾਂ ਤਾਂ ਚੀਫ ਜਸਟਿਸ ਆਫ ਇੰਡੀਆ ਦੀ ਨਿਯੁਕਤੀ ਕੌਣ ਕਰਦਾ ਹੈ। ਚੀਫ ਜਸਟਿਸ ਆਫ ਇੰਡੀਆ ਦੀ ਨਿਯੁਕਤੀ ਕਰਦਾ ਹੈ ਸਾਡੇ ਦੇਸ਼ ਦਾ ਰਾਸ਼ਟਰਪਤੀ, ਸਾਡੇ ਦੇਸ਼ ਦਾ ਪ੍ਰੈਜ਼ੀਡੈਂਟ। ਇਹ ਆਪਾਂ ਰਾਸ਼ਟਰਪਤੀ ਦੀਆਂ ਕਾਰਜਕਾਰੀ ਸ਼ਕਤੀਆਂ 'ਚ ਵੀ ਪੜ੍ਹ ਕੇ ਆਏ ਆ। ਦੂਸਰਾ ਪੁਆਇੰਟ ਇੱਥੇ ਕੀ ਹੈ ਕਿ ਜਿਹੜੇ ਬਾਕੀ ਜੱਜ ਨੇ ਉਹਨਾਂ ਦੀ ਨਿਯੁਕਤੀ ਵੀ ਕੌਣ ਕਰਦਾ ਹੈ, ਸਾਡੇ ਭਾਰਤ ਦਾ ਰਾਸ਼ਟਰਪਤੀ ਕਰਦਾ ਹੈ। ਪਰ ਇੱਥੇ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ, ਕਿਹਦੀ ਸਲਾਹ ਤੇ ਕਰਦਾ ਹੈ, ਕੋਲਿਜ਼ਮ ਦੀ ਸਲਾਹ ਤੇ ਕਰਦਾ ਹੈ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਤੁਹਾਡੇ ਚੋਂ ਕਾਫੀ ਬੱਚਿਆਂ ਨੇ ਪਹਿਲੀ ਵਾਰੀ ਸੁਣਿਆ ਹੋਣਾ, ਕੋਲਿਜ਼ਮ ਦੀ ਸਲਾਹ ਤੇ ਕਰਦਾ ਹੈ। ਇਹ ਕੀ ਹੁੰਦਾ ਹੈ, ਧਿਆਨ ਨਾਲ ਸੁਣੋ। ਆਪਾਂ ਇਹਨੂੰ ਕੋਲਿਜ਼ਮ ਹੀ ਕਹਾਂਗੇ, ਪੰਜਾਬੀ ਦੇ ਵਿੱਚ ਇਹਦੀ ਕੋਈ ਟਰਮ ਨਹੀਂ ਡਿਫਾਈਨ ਕਰੀਗੀ ਕਿਉਂਕਿ ਇਹ ਅਨਦਰ ਕਨਸਟੀਟਿਊਸ਼ਨ ਤੋਂ ਅਡਾਪਟ ਕਰੀ ਗਈ ਹੈ ਟਰਮ। ਕੋਲਿਜ਼ਮ ਕੀ ਹੁੰਦਾ ਹੈ, ਤੁਸੀਂ ਇਹਨੂੰ ਮੋਟੇ ਤੌਰ ਤੇ ਇਹ ਕਹਿ ਲਓ ਕਿ ਜਿੰਨੇ ਸੀਨੀਅਰ ਜੱਜ ਹੁੰਦੇ ਨੇ, ਜਿਹੜੇ ਸੀਨੀਅਰ ਮੋਸਟ ਜੱਜ ਹੁੰਦੇ ਨੇ, ਉਹਨਾਂ ਦਾ ਇੱਕ ਗਰੁੱਪ ਹੁੰਦਾ ਹੈ ਜਿਹਦੇ ਵਿੱਚ ਟੋਟਲ 5 ਜੱਜ ਸ਼ਾਮਲ ਹੁੰਦੇ ਨੇ, 1 + 4 ਦਾ ਕੰਬੀਨੇਸ਼ਨ। ਕੋਲਿਜ਼ਮ ਦੇ ਵਿੱਚ ਇੱਕ ਚੀਫ ਜਸਟਿਸ ਆਫ ਇੰਡੀਆ ਹੁੰਦਾ ਤੇ 4 ਸੀਨੀਅਰ ਜੱਜ ਹੁੰਦੇ ਨੇ। ਸਾਡੇ ਸੁਪਰੀਮ ਕੋਰਟ ਦੇ ਵਿੱਚ ਇੱਕ ਕੋਲਿਜ਼ਮ ਨਾਂ ਦੀ ਚੀਜ਼ ਵਰਕ ਕਰਦੀ ਆ, ਜਿਹਦੇ ਵਿੱਚ ਸਾਡੇ ਦੇਸ਼ ਦੇ ਵਿੱਚ ਮੌਜੂਦਾ 5 ਜੱਜ ਨੇ, ਇੱਕ ਚੀਫ ਜਸਟਿਸ ਆਫ ਇੰਡੀਆ ਤੇ 4 ਸੀਨੀਅਰ ਮੋਸਟ ਜੱਜ ਨੇ। ਕਈ ਵਾਰੀ ਕਿਸੇ ਕਾਰਨ ਕਰਕੇ ਰਾਸ਼ਟਰਪਤੀ ਨੂੰ ਸਲਾਹ ਦੀ ਲੋੜ ਪੈਂਦੀ ਹੈ ਕਿਸੇ ਵੀ ਮੁੱਦੇ ਤੇ, ਤਾਂ ਉਹ ਕਿਹਦੇ ਨਾਲ ਕੰਸਲਟ ਕਰਦਾ ਹੈ, ਕੋਲਿਜ਼ਮ ਦੇ ਨਾਲ ਕੰਸਲਟ ਕਰਦਾ। ਉਹ ਆਈ ਨਹੀਂ ਵੀ ਸਾਰੇ ਜੱਜਾਂ ਨੂੰ ਬਹਾ ਲੈਂਦਾ ਤੇ ਫਿਰ ਜੱਜਾਂ ਨਾਲ ਕੰਸਲਟ ਕਰਦਾ। ਕੋਲਿਜ਼ਮ ਇੱਕ ਸੀਨੀਅਰ ਮੋਸਟ ਤੇ ਐਕਸਪੀਰੀਅੰਸਡ ਜੱਜਾਂ ਦਾ ਗਰੁੱਪ ਹੁੰਦਾ। ਜਦੋਂ ਬਾਕੀ ਦੇ ਜੱਜਾਂ ਦੀ ਨਿਯੁਕਤੀ ਕਰਨੀ ਹੁੰਦੀ ਹੈ, ਰਾਸ਼ਟਰਪਤੀ ਇਹ ਕੰਸਲਟੇਸ਼ਨ ਕਿਹਦੇ ਨਾਲ ਕਰਦਾ ਹੈ, ਇਹਦੀ ਸਲਾਹ ਮਸ਼ਵਰਾ ਕਿਹਦੇ ਨਾਲ ਕਰਦਾ ਹੈ, ਕੋਲਿਜ਼ਮ ਦੇ ਨਾਲ ਕਰਦਾ ਹੈ। ਇਹ ਪੁਆਇੰਟ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਔਰ ਇਹ ਚੀਜ਼ ਤੁਸੀਂ ਸ਼ਾਇਦ ਪਹਿਲੀ ਵਾਰੀ ਸੁਣੀ ਹੋਵੇ, ਹਨਾ, ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਕੋਲਿਜ਼ਮ ਹੈ ਉਹ ਕਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈਗਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਪਾਂ, ਕੀ ਸਾਡੇ ਦੇਸ਼ ਦੇ ਰਾਸ਼ਟਰਪਤੀ ਕੋਲੇ ਹੀ ਸਾਰੀ ਪਾਵਰ ਹੁੰਦੀ ਹੈ ਜੱਜਾਂ ਨੂੰ ਨਿਯੁਕਤ ਕਰਨ ਦੀ, ਜਾਂ ਉਹਦੇ ਵਾਸਤੇ ਕੋਈ ਨਾ ਕੋਈ ਕੁਆਲੀਫਿਕੇਸ਼ਨਸ ਨੇ।
ਸਾਨੂੰ ਜਦੋਂ ਵੀ ਅਸੀਂ ਇਹ ਪੜ੍ਹਨਾ ਹੈ ਕਿ ਰਾਸ਼ਟਰਪਤੀ ਜੱਜਾਂ ਦੀ ਨਿਯੁਕਤੀ ਕਰਦਾ ਤਾਂ ਉਹਦੇ ਵਿੱਚ ਰਾਸ਼ਟਰਪਤੀ ਉਹ ਸਾਰੇ ਜੱਜਾਂ ਨੂੰ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਕਰ ਸਕਦਾ ਜਿਹੜੇ ਕੁਛ ਕੁ ਕੁਆਲੀਫਾਈਡ ਕ੍ਰਾਈਟੇਰੀਆ ਨੂੰ ਲੰਘ ਕੇ ਆਏ ਹੋਣ। ਹੁਣ ਉਹ ਕੁਆਲੀਫਾਈਡ ਕ੍ਰਾਈਟੇਰੀਆ ਕੀ ਹੈ, ਜਾਂ ਆਪਾਂ ਇਹ ਕਹਿ ਲਈਏ ਕਿ ਭਾਰਤ ਵਿੱਚ ਸੁਪਰੀਮ ਕੋਰਟ ਦਾ ਜੱਜ ਬਣਨ ਵਾਸਤੇ ਕੀ ਕੁਆਲੀਫਿਕੇਸ਼ਨਸ ਕੀ ਯੋਗਤਾਵਾਂ ਚਾਹੀਦੀਆਂ ਨੇ। ਸਭ ਤੋਂ ਪਹਿਲਾ ਪੁਆਇੰਟ ਕੀ ਹੈ, ਮਸਟ ਬੀ ਅ ਸਿਟੀਜ਼ਨ ਆਫ ਇੰਡੀਆ। ਸਭ ਤੋਂ ਪਹਿਲਾ ਪੁਆਇੰਟ ਕੀ ਹੈ, ਮਸਟ ਬੀ ਅ ਸਿਟੀਜ਼ਨ ਆਫ ਇੰਡੀਆ, ਕਿ ਉਹ ਭਾਰਤ ਦਾ ਕੀ ਹੋਵੇ, ਨਾਗਰਿਕ ਹੋਵੇ। ਦੂਸਰਾ ਪੁਆਇੰਟ ਕੀ ਹੈ ਜਿਹੜਾ ਕਿ ਇੱਥੇ ਇੰਪੋਰਟੈਂਟ ਆ, ਕਿ ਭਾਈ ਉਹ ਕਿਸੇ ਵੀ ਹਾਈ ਕੋਰਟ ਦੇ ਵਿੱਚ, ਦੂਸਰਾ ਪੁਆਇੰਟ ਕੀ ਹੈ ਕਿ ਕਿਸੇ ਵੀ ਹਾਈ ਕੋਰਟ ਦੇ ਵਿੱਚ 5 ਸਾਲਾਂ ਵਾਸਤੇ ਜੱਜ ਰਹਿ ਚੁੱਕਿਆ ਹੋਵੇ। ਵੈਰੀ ਵੈਰੀ ਇੰਪੋਰਟੈਂਟ, 5 ਸਾਲਾਂ ਵਾਸਤੇ ਜੱਜ ਰਹਿ ਚੁੱਕਿਆ ਹੋਵੇ, ਜਾਂ ਕਿਸੇ ਵੀ ਹਾਈ ਕੋਰਟ ਜਾਂ ਕਿਸੇ ਵੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ 10 ਸਾਲਾਂ ਵਾਸਤੇ ਉਹ ਬੰਦਾ ਐਡਵੋਕੇਟ ਰਹਿ ਚੁੱਕਿਆ ਹੋਵੇ। ਇਹਨਾਂ ਦੋਹਾਂ ਦੇ ਵਿੱਚੋਂ ਜਿਹੜਾ ਬੰਦਾ ਇੱਕ ਵੀ ਕੁਆਲੀਫਿਕੇਸ਼ਨ ਪੂਰੀ ਕਰਦਾ ਹੈ, ਦੇਖੋ ਮੈਂ ਜਾਂ ਲਿਖਿਆ ਅਤੇ ਨਹੀਂ ਲਿਖਿਆ, ਪੇਪਰ ਦੇ ਵਿੱਚ ਐਗਜ਼ਾਮੀਨਰ ਤੁਹਾਨੂੰ ਬਹੁਤ ਵਾਰੀ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰੂਗਾ। ਇੱਕ ਆਪਸ਼ਨ 'ਚ ਲਿਖ ਸਕਦਾ ਉਹ ਕਿ 5 ਸਾਲਾਂ ਲਈ ਹਾਈ ਕੋਰਟ 'ਚ ਜੱਜ ਹੋਵੇ ਅਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ 10 ਸਾਲਾਂ ਲਈ ਜੱਜ ਹੋਵੇ। ਸਾਨੂੰ ਅਤੇ ਦਿਖਦਾ ਹੀ ਨਹੀਂ। ਅਤੇ ਦਾ ਮਤਲਬ ਹੁੰਦਾ ਦੋਵੇਂ ਚੀਜ਼ਾਂ, ਜਾਂ ਦਾ ਮਤਲਬ ਹੁੰਦਾ ਜਾਂ ਆਹ ਤੇ ਜਾਂ ਫਿਰ ਆਹ ਵਾਲੀ, ਇਹ ਦੋਵਾਂ ਚੋਂ ਇੱਕ ਸਿਲੈਕਟ ਕਰਨੀ ਹੈ। ਤਾਂ ਜਿਹੜੇ ਵੀ ਬੰਦੇ ਸਾਡੇ ਦੇਸ਼ ਦੇ ਵਿੱਚ ਇਹ ਦੋਵਾਂ ਕੁਆਲੀਫਿਕੇਸ਼ਨਸ ਨੂੰ ਪੂਰਾ ਕਰਦੇ ਨੇ, ਉਹਨਾਂ ਨੂੰ ਰਾਸ਼ਟਰਪਤੀ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕਰ ਸਕਦਾ ਹੈਗਾ। ਉਹ ਡਿਪੈਂਡ ਕਰਦਾ ਹੈਗਾ ਕਿ ਉਹ ਕਿਹਨੂੰ ਚੁਣਦਾ। ਹੋ ਸਕਦਾ 20 ਬੰਦੇ ਹੋਣ ਇਹੋ ਜਿਹੇ, ਹੋ ਸਕਦਾ 50 ਬੰਦੇ ਹੋਣ ਇਹੋ ਜਿਹੇ, ਫਿਰ ਉੱਥੇ ਰਾਸ਼ਟਰਪਤੀ ਦੀ ਬੁੱਧੀਮਾਨੀ ਆ ਵੀ ਉਹ ਕਿਸ ਤਰੀਕੇ ਨਾਲ ਕਰ ਰਿਹਾ ਹੈਗਾ। ਹੁਣ ਇੱਕ ਪੁਆਇੰਟ ਇੱਥੇ ਤੁਸੀਂ ਨੋਟਿਸ ਕੀਤਾ ਹੋਣਾ ਹੈਗਾ ਕਿ ਜਦੋਂ ਅਸੀਂ ਜੱਜਾਂ ਦੀ ਗੱਲ ਕਰਦੇ ਆ ਤਾਂ ਜੱਜਾਂ ਵਾਸਤੇ ਕਦੇ ਵੀ ਮਿਨੀਮਮ ਏਜ ਦੀ ਜ਼ਰੂਰਤ ਨਹੀਂ ਪੈਂਦੀ। ਹੁਣ ਤੋਂ ਪਹਿਲਾਂ ਅਸੀਂ ਜਿੰਨੇ ਵੀ ਅਹੁਦੇ ਪੜ੍ਹੇ, ਰਾਸ਼ਟਰਪਤੀ ਪੜ੍ਹਿਆ, ਉਪ ਰਾਸ਼ਟਰਪਤੀ ਪੜ੍ਹਿਆ, ਰਾਜਪਾਲ ਪੜ੍ਹਿਆ, ਲੋਕ ਸਭਾ ਐਮਪੀ, ਰਾਜ ਸਭਾ ਐਮਪੀ, ਵਿਧਾਨ ਸਭਾ ਗਵਰਨਰ, ਜੋ ਵੀ ਪੜ੍ਹਿਆ, ਸਭ ਲਈ ਮਿਨੀਮਮ ਏਜ ਚਾਹੀਦੀ ਸੀ, ਮੈਕਸਿਮਮ ਏਜ ਦੀ ਕੋਈ ਲਿਮਿਟ ਨਹੀਂ ਸੀ। ਪੜ੍ਹਿਆ ਨਾ ਆਪਾਂ ਨੇ ਕਿ ਮਿਨੀਮਮ ਇੰਨੀ ਹੈ ਪਰ ਮੈਕਸਿਮਮ ਕੋਈ ਨਹੀਂ ਹੈਗੀ। ਹੁਣ ਇਦੋਂ ਬਾਅਦ ਆਪਾਂ ਜਿਹੜੇ ਵੀ ਅਹੁਦੇ ਪੜਾਂਗੇ ਉਹਨਾਂ ਵਾਸਤੇ ਮਿਨੀਮਮ ਏਜ ਕੋਈ ਨਹੀਂ ਹੈਗੀ, ਪਰ ਇਹਨਾਂ ਵਾਸਤੇ ਮੈਕਸਿਮਮ ਏਜ ਦਾ ਕ੍ਰਾਈਟੇਰੀਆ ਲਾਗੂ ਹੁੰਦਾ। ਸੋ ਕਦੇ ਵੀ ਪੇਪਰ ਦੇ ਵਿੱਚ ਕਨਫਿਊਜ਼ ਹੋ ਕੇ ਇਸ ਚੀਜ਼ ਨੂੰ ਐਵੇਂ ਨਹੀਂ ਸਮਝਣਾ ਕਿ ਭਾਈ ਮਿਨੀਮਮ ਏਜ ਕਿੰਨੀ ਚਾਹੀਦੀ ਹੈ। ਜੱਜ ਬਣਨ ਵਾਸਤੇ ਕੋਈ ਮਿਨੀਮਮ ਏਜ ਨਹੀਂ ਚਾਹੀਦੀ, ਬਸ ਚਾਹੀਦਾ ਕੀ ਹੈ, ਚਾਹੀਦੀਆਂ ਆਹ ਵਾਲੀਆਂ ਕੁਆਲੀਫਿਕੇਸ਼ਨਸ ਨੇ। ਚਾਹੇ ਬੰਦਾ 20 ਸਾਲ ਦੀ ਉਮਰ 'ਚ ਪੂਰਾ ਕਰ ਲੇ, ਉਹ ਐਲੀਜੀਬਲ ਹੈ ਸੁਪਰੀਮ ਕੋਰਟ ਦਾ ਜੱਜ ਬਣਨ ਵਾਸਤੇ। ਮੈਕਸਿਮਮ ਏਜ ਇੱਥੇ ਨੋਟ ਕਰ ਲਓ, ਜਿਹੜੀ ਕਿ ਸਾਨੂੰ ਇੰਪੋਰਟੈਂਟਲੀ ਪੁੱਛੀ ਵੀ ਜਾਂਦੀ ਹੈ। ਮੈਕਸਿਮਮ ਏਜ ਹੈ ਜਿਹੜੀ ਉਹ 65 ਸਾਲ ਹੁੰਦੀ ਹੈ। ਮੈਕਸਿਮਮ ਏਜ ਹੈ ਜਿਹੜੀ ਉਹ ਕਿੰਨੀ ਹੁੰਦੀ ਹੈ, 65 ਸਾਲ ਹੁੰਦੀ ਹੈ। ਕੋਈ ਵੀ ਬੰਦਾ ਸਾਡੇ ਦੇਸ਼ ਦੇ ਵਿੱਚ 65 ਸਾਲ ਤੋਂ ਉੱਪਰ ਉਮਰ ਦਾ ਜੱਜ ਨਹੀਂ ਰਹਿ ਸਕਦਾ। ਹੁਣ ਕਈ ਵਾਰੀ ਤੁਹਾਨੂੰ ਪੇਪਰ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਕਿ ਭਾਰਤ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ, ਤੇ ਉੱਥੇ ਬੱਚੇ ਜ਼ਿਆਦਾਤਰ ਕਈ ਵਾਰੀ ਕਨਫਿਊਜ਼ ਹੁੰਦੇ ਨੇ। ਦੇਖੋ ਰਾਜੇ, ਜੇ ਤਾਂ ਤੁਹਾਨੂੰ ਆਪਸ਼ਨ ਤੇ ਡਿਪੈਂਡ ਕਰਦਾ ਹੈ, ਜੇ ਤਾਂ ਤੁਹਾਨੂੰ ਆਪਸ਼ਨ ਆ ਗਿਆ ਭਾਈ 5 ਸਾਲ, 6 ਸਾਲ, 7 ਸਾਲ ਤੇ 10 ਸਾਲ, ਤਾਂ ਡੈਫੀਨੇਟਲੀ ਤੁਸੀਂ ਕਿੰਨਾ ਲਿਖੋਗੇ, 6 ਸਾਲ ਲਿਖੋਗੇ। ਜੇ ਤੁਹਾਨੂੰ ਆਪਸ਼ਨ ਹੈ ਕਿ ਨਾਟ ਫਿਕਸਡ, ਤਾਂ ਡੈਫੀਨੇਟਲੀ 6 ਸਾਲ ਨੂੰ ਅਵੋਇਡ ਕਰਕੇ ਤੁਸੀਂ ਕਿਹੜੀ ਆਪਸ਼ਨ ਟਿਕ ਕਰੋਗੇ, ਨਾਟ ਫਿਕਸਡ ਵਾਲੀ ਆਪਸ਼ਨ ਟਿਕ ਕਰੋਗੇ। ਨਾਟ ਫਿਕਸਡ ਦਾ ਕੀ ਮਤਲਬ ਹੈ, ਫॉर ਐਗਜ਼ਾਮਪਲ ਕੋਈ ਬੰਦਾ 62 ਸਾਲ ਦੀ ਉਮਰ ਦੇ ਵਿੱਚ ਸੁਪਰੀਮ ਕੋਰਟ ਦਾ ਜੱਜ ਬਣਦਾ ਹੈ। ਉਦਾਹਰਨ ਦੇ ਤੌਰ ਤੇ ਕੋਈ ਵੀ ਬੰਦਾ 62 ਸਾਲ ਦੀ ਉਮਰ ਦੇ ਵਿੱਚ ਸੁਪਰੀਮ ਕੋਰਟ ਦਾ ਜੱਜ ਬਣਦਾ ਹੈ, ਤਾਂ ਫਿਰ ਉਹ ਆਪਣੇ 6 ਸਾਲ ਕਲੇਮ ਨਹੀਂ ਕਰ ਸਕਦਾ, ਕਿਉਂਕਿ ਜੇ ਉਹ 62 ਸਾਲ ਦੀ ਉਮਰ 'ਚ ਜੱਜ ਬਣੂਗਾ 6 ਸਾਲ ਲਾ ਕੇ, ਤਾਂ ਫਿਰ ਉਹ ਕਿੰਨੇ ਦਾ ਬਣ ਜਾਊਗਾ, 68 ਦਾ ਬਣ ਜਾਊਗਾ, ਜਿਹੜਾ ਕਿ ਗਲਤ ਹੈ। ਕਿਉਂਕਿ ਮੈਕਸਿਮਮ ਏਜ ਕ੍ਰਾਈਟੇਰੀਆ ਕਿੰਨਾ ਆਪਣੇ ਕੋਲੇ 65 ਸਾਲ। ਜਾਂ ਫਿਰ ਇਹਨੂੰ ਇਹ ਕਹਿ ਲਓ ਵੀ 6 ਸਾਲ ਜਾਂ 65 ਸਾਲ, ਜਿਹੜਾ ਪਹਿਲਾਂ ਪੂਰਾ ਹੋ ਜੇ। ਜੇ ਤਾਂ ਉਹਨੇ 6 ਸਾਲ ਪਹਿਲਾਂ ਪੂਰਾ ਕਰਤੇ ਤਾਂ ਉਹਨੂੰ ਹਟਾ ਦਿੱਤਾ ਜਾਊਗਾ, ਜੇ ਉਹਨੇ 65 ਸਾਲ ਪਹਿਲਾਂ ਪੂਰਾ ਕਰਤੇ ਤਾਂ ਉਹਨੂੰ ਹਟਾ ਦਿੱਤਾ ਜਾਊਗਾ।
ਤਾਂ ਮੋਸਟ ਆਫ ਦਾ ਟਾਈਮ ਸਾਨੂੰ ਐਗਜ਼ਾਮੀਨਰ ਇਹੋ ਜਿਹੇ ਆਪਸ਼ਨ ਕਨਫਿਊਜ਼ ਕਰਕੇ ਪਾਉਣ ਦੀ ਕੋਸ਼ਿਸ਼ ਕਰਦਾ ਹੈਗਾ। ਜੇ ਤੁਹਾਨੂੰ ਪੇਪਰ ਦੇ ਵਿੱਚ ਆਪਸ਼ਨ ਹੈ ਕਿ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੈ, ਆਪਸ਼ਨ ਏ 6 ਸਾਲ, ਆਪਸ਼ਨ ਬੀ 5 ਸਾਲ, ਆਪਸ਼ਨ ਸੀ ਨਾਟ ਫਿਕਸਡ, ਤਾਂ ਡੈਫੀਨੇਟਲੀ ਅਸੀਂ ਕੀ ਲਗਾਵਾਂਗੇ, ਨਾਟ ਫਿਕਸਡ ਲਗਾਵਾਂਗੇ, ਕਿਉਂਕਿ ਸਾਡੇ ਕੋਲੇ 65 ਸਾਲ ਜਾਂ 6 ਸਾਲ ਦੋਵੇਂ ਕੰਡੀਸ਼ਨਸ ਇਕੁਅਲੀ ਵਰਕ ਕਰ ਰਹੀਆਂ ਨੇ। ਪੁਆਇੰਟ ਕਲੀਅਰ ਹੋਇਆ। ਹੁਣ ਆਪਾਂ ਅਗਲੇ ਪੁਆਇੰਟ ਤੇ ਚੱਲਦੇ ਹਾਂ। ਇਹ ਸੀਗੀਆਂ ਸਾਡੀਆਂ ਯੋਗਤਾਵਾਂ। ਪਹਿਲਾਂ ਅਸੀਂ ਇਹਨੂੰ ਅਪਾਇੰਟ ਕਰਵਾਇਆ, ਫਿਰ ਯੋਗਤਾ। ਹੁਣ ਆਪਾਂ ਜੱਜ ਲਿਆਂਦਾ ਤੇ ਉਹਨੂੰ ਚੁਕਾਉਣੇ ਆ ਸਹੁੰ, ਭਾਵ ਕਿ ਸਾਡੇ ਦੇਸ਼ ਦੇ ਵਿੱਚ ਓਥ ਕਿਸ ਤਰੀਕੇ ਨਾਲ ਪਰਫਾਰਮ ਕਰੀ ਜਾਂਦੀ ਹੈ। ਜੇ ਆਪਾਂ ਓਥ ਦੀ ਗੱਲ ਕਰੀਏ ਤਾਂ ਆਪਾਂ ਦੋ ਤਰੀਕੇ ਨਾਲ ਇਹਨੂੰ ਪੜਾਂਗੇ। ਇੱਕ ਚੀਫ ਜਸਟਿਸ ਆਫ ਇੰਡੀਆ ਸਹੁੰ ਕਿਹਦੇ ਸਾਹਮਣੇ ਚੁੱਕਦਾ, ਤੇ ਦੂਸਰਾ ਆਪਾਂ ਪੜਾਂਗੇ ਵੀ ਜਿਹੜੇ ਬਾਕੀ ਦੇ ਜੱਜਸ ਨੇ ਉਹ ਆਪਣੀ ਸਹੁੰ ਕਿਹਦੇ ਸਾਹਮਣੇ ਚੁੱਕਦੇ ਨੇ। ਜੇ ਆਪਾਂ ਚੀਫ ਜਸਟਿਸ ਆਫ ਇੰਡੀਆ ਦੀ ਗੱਲ ਕਰੀਏ ਤਾਂ ਇਹ ਸਹੁੰ ਚੁੱਕਦਾ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਕੋਲੇ, ਭਾਰਤ ਦੇ ਰਾਸ਼ਟਰਪਤੀ ਕੋਲੇ, ਤੇ ਬਾਕੀ ਦੇ ਜੱਜ ਸਹੁੰ ਚੁੱਕਦੇ ਨੇ ਚੀਫ ਜਸਟਿਸ ਆਫ ਇੰਡੀਆ ਦੇ ਸਾਹਮਣੇ। ਕਈ ਵਾਰੀ ਬੱਚੇ ਅਕਸਰ ਇਸ ਆਪਸ਼ਨ ਦੇ ਵਿੱਚ ਕਨਫਿਊਜ਼ ਹੁੰਦੇ ਨੇ, ਉਹ ਇਹਨੂੰ ਪ੍ਰੈਜ਼ੀਡੈਂਟ ਹੀ ਪੜ੍ਹੀ ਜਾਂਦੇ ਨੇ। ਕਈ ਵਾਰੀ ਬੱਚੇ ਅਕਸਰ ਇਹਨੂੰ ਪ੍ਰੈਜ਼ੀਡੈਂਟ ਹੀ ਪੜ੍ਹਦੇ ਨੇ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਪ੍ਰੈਜ਼ੀਡੈਂਟ ਸਹੁੰ ਚੁਕਾਉਂਦਾ ਹੈਗਾ, ਔਰ ਜੇ ਆਪਾਂ ਗੱਲ ਕਰੀਏ ਬਾਕੀ ਦੇ ਜੱਜਾਂ ਨੂੰ ਵੀ ਪ੍ਰੈਜ਼ੀਡੈਂਟ ਹੀ ਸਹੁੰ ਚੁਕਾਉਂਦਾ ਹੈਗਾ। ਤਾਂ ਬੱਚੋ ਓਥ ਚੀਫ ਜਸਟਿਸ ਆਫ ਇੰਡੀਆ ਪ੍ਰੈਜ਼ੀਡੈਂਟ ਦੇ ਸਾਹਮਣੇ, ਔਰ ਅਦਰ ਜੱਜਸ ਨੇ ਜਿਹੜੇ ਉਹ ਚੀਫ ਜਸਟਿਸ ਆਫ ਇੰਡੀਆ ਦੇ ਸਾਹਮਣੇ। ਇਹਨੂੰ ਨੋਟ ਵੀ ਕਰਨਾ ਤੇ ਇਹਨੂੰ ਧਿਆਨ 'ਚ ਵੀ ਰੱਖਣਾ। ਆਪਾਂ ਗੱਲ ਕਰੀਏ ਅਸਤੀਫੇ ਦੀ, ਰਿਜ਼ਾਈਨ ਦੀ, ਕਿ ਇਹ ਜੱਜ ਆਪਣਾ ਅਸਤੀਫਾ ਕਿਹਨੂੰ ਦਿੰਦੇ ਨੇ। ਚਾਹੇ ਤਾਂ ਚੀਫ ਜਸਟਿਸ ਆਫ ਇੰਡੀਆ, ਚਾਹੇ ਬਾਕੀ ਦੇ ਜੱਜ ਨੇ, ਅਦਰ ਜੱਜਸ ਨੇ, ਇਹ ਦੋਵੇਂ ਮਿਲ ਕੇ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਦਿੰਦੇ ਨੇ। ਹੁਣ ਕਈ ਵਾਰੀ ਬੱਚੇ ਇੱਥੇ ਵੀ ਕਨਫਿਊਜ਼ ਹੁੰਦੇ ਨੇ, ਇੱਥੇ ਕਹਿ ਦਿੰਦੇ ਨੇ ਵੀ ਜਿਹੜਾ ਚੀਫ ਜਸਟਿਸ ਆਫ ਇੰਡੀਆ ਉਹ ਰਾਸ਼ਟਰਪਤੀ ਨੂੰ ਦਿੰਦਾ ਹੈ ਤੇ ਜਿਹੜਾ ਅਦਰ ਜੱਜਸ ਨੇ ਉਹ ਚੀਫ ਜਸਟਿਸ ਆਫ ਇੰਡੀਆ ਨੂੰ। ਗਲਤ ਹੋ ਜਾਊਗਾ। ਦੋਵੇਂ ਬੰਦੇ, ਚਾਹੇ ਚੀਫ ਜਸਟਿਸ ਆਫ ਇੰਡੀਆ ਚਾਹੇ ਅਦਰ ਜੱਜਸ ਨੇ, ਦੋਵੇਂ ਹੀ ਮਿਲ ਕੇ ਆਪਣਾ ਰਿਜ਼ਾਈਨ ਜਿਹੜਾ ਹੈ ਉਹ ਕਿਹਨੂੰ ਦਿੰਦੇ ਨੇ, ਰਾਸ਼ਟਰਪਤੀ ਨੂੰ ਦਿੰਦੇ ਨੇ। ਇਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ। ਜੇ ਆਪਾਂ ਅਗਲੇ ਪੁਆਇੰਟ ਦੀ ਗੱਲ ਕਰੀਏ, ਅਗਲਾ ਪੁਆਇੰਟ ਕੀ ਹੈ, ਟਾਈਮ ਟੈਨਿਊਰ ਆਪਾਂ ਕਰ ਲਿਆ ਵੀ ਭਾਈ ਫਿਕਸ ਨਹੀਂ ਹੁੰਦਾ। ਮਿਨੀਮਮ ਏਜ ਆਪਾਂ ਨੇ ਕਰ ਲਿਆ ਵੀ ਉਹ ਫਿਕਸ ਨਹੀਂ ਹੁੰਦੀ। ਅਗਲਾ ਪੁਆਇੰਟ ਆਉਂਦਾ ਇਹਨਾਂ ਦੀ ਸੈਲਰੀ ਦਾ, ਇਹਨਾਂ ਦੀ ਤਨਖਾਹ ਦਾ। ਲਓ ਜੀ, ਜੇ ਆਪਾਂ ਗੱਲ ਕਰੀਏ ਸਾਡੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਦੀ ਸੈਲਰੀ ਕਿੰਨੀ ਹੈ, ਚੀਫ ਜਸਟਿਸ ਆਫ ਇੰਡੀਆ ਦੀ ਤਨਖਾਹ ਗੀ 2,80,000, ਔਰ ਜਿਹੜੇ ਬਾਕੀ ਦੇ ਜੱਜ ਨੇ, ਅਦਰ ਜੱਜਸ ਨੇ, ਬਾਕੀ ਦੇ ਜੱਜਸ ਨੇ, ਉਹਨਾਂ ਦੀ ਤਨਖਾਹ ਜੀ 2.50, ਭਾਵ ਕਿ 2.5 ਲੱਖ ਰੁਪਇਆ। ਔਰ ਸਾਨੂੰ ਨਾਲ ਹੀ ਇਹ ਚੀਜ਼ ਵੀ ਪਤਾ ਹੋਵੇ ਵੀ ਜਿਹੜੀ ਇਹਨਾਂ ਦੀ ਸੈਲਰੀ ਆ ਉਹ ਕਿੱਥੋਂ ਦਿੱਤੀ ਜਾਂਦੀ ਹੈ, ਭਾਰਤ ਦੇ ਸੰਚਿਤ ਨਿਧੀ ਖਾਤੇ ਦੇ ਵਿੱਚੋਂ। ਭਾਰਤ ਦੇ ਸੰਚਿਤ ਨਿਧੀ ਖਾਤੇ ਦੇ ਵਿੱਚੋਂ, ਭਾਵ ਕਿ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਇਹ ਤਨਖਾਹ ਜਿਹੜੀ ਹੈਗੀ ਉਹ ਦਿੱਤੀ ਜਾਂਦੀ ਹੈ। ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਉੱਪਰ ਕਿਹਦਾ ਕੰਟਰੋਲ ਹੈ, ਭਾਰਤੀ ਸੰਸਦ ਦਾ। ਕੰਟੀਜੈਂਸੀ ਫੰਡ ਆਫ ਇੰਡੀਆ ਦੇ ਉੱਪਰ ਕਿਹਦਾ ਕੰਟਰੋਲ ਹੈ, ਭਾਰਤੀ ਪ੍ਰੈਜ਼ੀਡੈਂਟ ਦਾ। ਤਾਂ ਇਹ ਪੁਆਇੰਟ ਤਾਂ ਅਸੀਂ ਪਹਿਲਾਂ ਵੀ ਕਰਕੇ ਆਏ ਹਾਂ। ਇਹਨਾਂ ਦੀ ਤਨਖਾਹ ਜਿਹੜੀ ਹੈਗੀ ਹੈ, ਚਾਹੇ ਇਹਨਾਂ ਦੀ ਸੈਲਰੀ ਲਾ ਲਓ, ਚਾਹੇ ਇਹਨਾਂ ਦੇ ਅਲਾਉੈਂਸਸ ਲਾ ਲਓ, ਚਾਹੇ ਇਹਨਾਂ ਦੀ ਪੈਨਸ਼ਨ ਲਾ ਲਓ, ਸਾਰੇ ਦੀ ਸਾਰੀ ਜਿਹੜੀ ਹੈ ਉਹ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚੋਂ ਹੀ ਦਿੱਤੀ ਜਾਂਦੀ ਹੈ। ਠੀਕ ਹੈ, ਹਾਂਜੀ, ਇਕੁਅਲੀ ਹੋ ਗਿਆ ਡਿਵਾਈਡ। ਚੀਫ ਜਸਟਿਸ ਆਫ ਇੰਡੀਆ 2.80 ਲੱਖ ਤੇ ਇਹਦੀ 2.5 ਲੱਖ ਰੁਪਏ, 2.50 ਲੱਖ ਰੁਪਏ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਇੱਕ ਪੁਆਇੰਟ ਜਿਹੜਾ ਯਾਦ ਰੱਖਣਾ ਕਾਫੀ ਇੰਪੋਰਟੈਂਟ ਆ, ਆਰਟੀਕਲ ਜਿਹੜਾ ਕਾਫੀ ਇੰਪੋਰਟੈਂਟ ਆ, ਆਰਟੀਕਲ 130, ਇਹਨੂੰ ਨਹੀਂ ਭੁੱਲਣਾ। ਆਰਟੀਕਲ 130 ਕੀ ਕਹਿੰਦਾ ਹੈਗਾ, ਇਹ ਕਾਫੀ ਇੰਪੋਰਟੈਂਟ। ਹੁਣ ਆਪਾਂ ਰੈਂਡਮ ਪੁਆਇੰਟਸ ਕਰਦੇ ਹਾਂ ਪਹਿਲਾਂ, ਜਿਹੜੇ ਕੋਰਿਲੇਟਡ ਨਹੀਂ ਹੈਗੇ। ਆਰਟੀਕਲ 130 ਕੀ ਕਹਿੰਦਾ ਹੈਗਾ ਕਿ ਸੁਪਰੀਮ ਕੋਰਟ ਆਪਣਾ ਬੈਂਚ ਕਿਤੇ ਵੀ ਸਥਾਪਿਤ ਕਰ ਸਕਦਾ। ਲਿਖ ਦਿੰਨੀ ਆ ਮੈਂ, ਤੁਸੀਂ ਐਜ਼ ਇਟ ਇਜ਼ ਲਿਖ ਲਿਓ ਉਹਨੂੰ।
ਆਰਟੀਕਲ 130 ਕੀ ਕਹਿੰਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਭਾਰਤੀ ਸੁਪਰੀਮ ਕੋਰਟ, ਵੈਸੇ ਤਾਂ ਸੁਪਰੀਮ ਕੋਰਟ ਦਾ ਹੈੱਡਕੁਆਟਰ ਕਿੱਥੇ ਹੈ, ਦਿੱਲੀ ਦੇ ਵਿੱਚ ਹੈ ਨਾ, ਕੈਪੀਟਲ ਸਿਟੀ ਦੇ ਵਿੱਚ ਹੈ। ਪਰ ਕਈ ਵਾਰੀ ਕਿਸੇ ਕਾਰਨਾਂ ਕਰਕੇ ਜੇ ਸਾਨੂੰ ਦਿੱਲੀ ਤੋਂ ਬਦਲ ਕੇ ਕਿਸੇ ਹੋਰ ਸਿਟੀ ਦੇ ਵਿੱਚ ਸਥਾਪਿਤ ਕਰਨੀ ਹੋਵੇ ਜਾਂ ਲੈ ਕੇ ਜਾਣੀ ਹੋਵੇ ਤਾਂ ਅਸੀਂ ਲੈ ਕੇ ਜਾ ਸਕਦੇ ਹਾਂ ਟੈਂਪਰੇਰੀ ਪਰਮਾਨੈਂਟ ਨਹੀਂ। ਕਿਹੜੇ ਤਰੀਕੇ ਨਾਲ? ਟੈਂਪਰੇਰੀ ਤਰੀਕੇ ਦੇ ਨਾਲ। ਇਹ ਪੁਆਇੰਟ ਤੁਸੀਂ ਬਿਲਕੁਲ ਧਿਆਨ ਦੇ ਵਿੱਚ ਰੱਖਣਾ ਹੈਗਾ। ਕਈ ਵਾਰੀ ਕੀ ਹੁੰਦਾ, ਜਿਵੇਂ ਹੁਣ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੀ ਇੰਨਾ ਵੱਧ ਜੇ ਤਾਂ ਇਹਨੂੰ ਆਪਾਂ ਕਿਤੇ ਹੋਰ ਬੁਲਾ ਲੈਂਦੇ ਆ, ਜਾਂ ਫਿਰ ਕੋਈ ਕਈ ਵਾਰੀ ਕੀ ਹੁੰਦਾ ਹੈਗਾ, ਕੋਈ ਮਤਲਬ ਇਸ ਤਰੀਕੇ ਦੀ ਕੋਈ ਕਹਿ ਲਓ ਕਿ ਪੈਨਡੈਮਿਕ ਹੋ ਗਿਆ, ਜਿਵੇਂ ਕਰੋਨਾ ਵਾਲੇ ਕੇਸ ਸੀਗੇ ਹਨਾ, ਤਾਂ ਉਹਦੇ ਕੇਸ ਦੇ ਵਿੱਚ ਵੀ ਆਪਾਂ ਇਸ ਚੀਜ਼ ਨੂੰ ਇੱਕ ਜਗ੍ਹਾ ਤੋਂ ਹਟਾ ਕੇ ਦੂਜੀ ਜਗ੍ਹਾ ਤੇ ਬੁਲਾ ਸਕਦੇ ਹੁੰਦੇ ਆਗੇ, ਤਾਂ ਇਹ ਕੋਈ ਮੁੱਦੇ ਵਾਲੀ ਗੱਲ ਨਹੀਂ ਹੈਗੀ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਨੂੰ ਹਟਾਉਣ ਦੀ, ਹਨਾ, ਇਹਨਾਂ ਨੂੰ ਹਟਾਉਣ ਦੀ ਗੱਲ ਕਰਦੇ ਹਾਂ, ਜਿਹੜਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਅਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ, ਇੱਕ ਬੱਚਾ ਮੈਨੂੰ ਆਰਟੀਕਲ ਪੁੱਛ ਰਿਹਾ, ਕਾਹਦਾ ਆਰਟੀਕਲ? ਸੈਲਰੀਜ਼ ਦਾ ਆਰਟੀਕਲ, ਤਨਖਾਹਾਂ ਦਾ ਆਰਟੀਕਲ 125। ਹਾਂਜੀ, ਤਨਖਾਹਾਂ ਦਾ ਆਰਟੀਕਲ ਆ ਲੋ, ਲਿਖ ਲੋ, ਸੈਲਰੀ ਆਰਟੀਕਲ 125 ਉੱਥੇ ਪਾ ਲਓ। ਆਰਟੀਕਲ 125 ਦੇ ਹੇਠ ਸੈਲਰੀਜ਼ ਦਿੱਤੀਆਂ ਜਾਂਦੀਆਂ ਨੇ, ਠੀਕ ਹੈ। ਉਸ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ, ਅੱਛਾ ਆਰਟੀਕਲ 127 ਲਿਖੋ, ਇੱਕ ਆਰਟੀਕਲ 127। ਅੱਜ ਆਪਾਂ ਰੈਂਡਮ ਜਿਹੇ ਪੁਆਇੰਟ ਕਰਦੇ ਹਾਂ। ਪਹਿਲਾਂ ਐਡਹੌਕ ਜੱਜਾਂ ਦੀ ਨਿਯੁਕਤੀ ਜਾਂ ਫਿਰ ਵਾਧੂ ਜੱਜਾਂ ਦੀ। ਸਾਡੇ ਦੇਸ਼ ਦੇ ਵਿੱਚ ਜ਼ਰੂਰਤ ਪੈਣ ਤੇ ਵਾਧੂ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਐਡਹੌਕ ਜਾਂ ਵਾਧੂ ਜੱਜਾਂ ਦਾ ਮਤਲਬ ਕੀ ਹੁੰਦਾ ਰਾਜੇ? ਸੌਰੀ, ਇੱਕ ਮਿੰਟ। ਵਾਧੂ ਜੱਜਾਂ ਦੀ ਨਿਯੁਕਤੀ ਚੀਫ ਜਸਟਿਸ ਆਫ ਇੰਡੀਆ ਦੁਆਰਾ ਕਰੀ ਜਾਂਦੀ ਹੈ, ਰਾਸ਼ਟਰਪਤੀ ਦੀ ਸਲਾਹ ਤੇ। ਵਾਧੂ ਜੱਜਾਂ ਦਾ ਕੀ ਮਤਲਬ ਹੈ? ਨਾਰਮਲੀ ਸਾਡੇ ਦੇਸ਼ ਦੇ ਵਿੱਚ 34 ਸੁਪਰੀਮ ਕੋਰਟ ਦੇ ਜੱਜ ਨੇ। ਕਈ ਵਾਰੀ ਵਰਕਲੋਡ ਇੰਨਾ ਜ਼ਿਆਦਾ ਵੱਧ ਜਾਂਦਾ ਹੈਗਾ ਕਿ ਉਹ 34 ਜੱਜ ਬਿਜ਼ੀ ਹੋ ਜਾਂਦੇ ਨੇ, ਤਾਂ ਟੈਂਪਰੇਰੀ ਟਾਈਮ ਵਾਸਤੇ, ਕੁਝ ਸਮੇਂ ਵਾਸਤੇ ਰਾਸ਼ਟਰਪਤੀ ਤੇ ਚੀਫ ਜਸਟਿਸ ਆਫ ਇੰਡੀਆ ਆਪਸੀ ਸਲਾਹ ਦੇ ਨਾਲ ਜਿਹੜੇ ਵਾਧੂ ਜੱਜ ਨੇ ਉਹਨਾਂ ਨੂੰ ਲਿਆ ਸਕਦੇ ਨੇਗੇ। ਠੀਕ ਹੈ ਜੀ, ਇਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ। ਵਾਧੂ ਜੱਜਾਂ ਨੂੰ ਲਿਆ ਸਕਦੇ ਨੇ, ਇਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ। ਔਰ ਇੱਕ ਗੱਲ ਯਾਦ ਰੱਖਣੀ ਹੈ ਕਿ ਜਿਹੜੇ ਵਾਧੂ ਜੱਜ ਨੇ, ਜਿਹੜੇ ਐਡਹੌਕ ਜੱਜ ਨੇ, ਇਹ ਸਿਰਫ ਤੇ ਸਿਰਫ ਸੁਪਰੀਮ ਕੋਰਟ ਦੇ ਵਿੱਚ ਹੁੰਦੇ ਨੇ। ਜਿਹੜੇ ਐਡਹੌਕ ਜੱਜ ਨੇ ਇਹ ਸਿਰਫ ਤੇ ਸਿਰਫ ਸੁਪਰੀਮ ਕੋਰਟ ਦੇ ਵਿੱਚ ਹੁੰਦੇ ਨੇ, ਹੋਰ ਕਿਸੇ ਲੋਅਰ ਕੋਰਟ ਦੇ ਵਿੱਚ ਨਹੀਂ ਹੋ ਸਕਦੇ। ਹਾਈ ਕੋਰਟ ਦੇ ਵਿੱਚ ਐਡਹੌਕ ਜੱਜ ਨਹੀਂ ਬੁਲਾਏ ਜਾਂਦੇ। ਇਹ ਪੁਆਇੰਟ ਧਿਆਨ ਚ ਰੱਖਣਾ। ਤੀਸਰਾ ਪੁਆਇੰਟ ਕੀ ਧਿਆਨ ਚ ਰੱਖਣਾ ਹੈ ਵੀ ਇਹ ਕਿੰਨਾ ਚਿਰ ਰਹਿਣਗੇ, ਟੋਟਲੀ ਰਾਸ਼ਟਰਪਤੀ ਤੇ ਡਿਪੈਂਡ ਕਰਦਾ ਵੀ ਰਾਸ਼ਟਰਪਤੀ ਜਿਹਨਾਂ ਨੂੰ ਚਾਹੇ 5 ਸਾਲ ਰਹਿ ਸਕਦੇ ਨੇ, 10 ਸਾਲ ਦੀ ਤਾਂ ਲੋੜ ਹੀ ਨਹੀਂ ਪੈਂਦੀ, 2 ਸਾਲ, 3 ਸਾਲ, 2.5 ਸਾਲ, 6 ਮਹੀਨੇ। ਔਰ ਜਿੰਨਾ ਟਾਈਮ ਇਹ ਆਪਣੇ ਅਹੁਦੇ ਤੇ ਹੁੰਦੇ ਨੇ ਉਹਨਾਂ ਟਾਈਮ ਇਹਨਾਂ ਨੂੰ ਉਨੀ ਹੀ ਤਨਖਾਹ, ਉਨੀ ਹੀ ਸੈਲਰੀ ਦਿੱਤੀ ਜਾਂਦੀ ਹੈ ਜਿੰਨੀ ਕਿ ਸਾਡੇ ਦੇਸ਼ ਦੇ ਵਿੱਚ ਉਸ ਸਮੇਂ ਜੱਜਾਂ ਨੂੰ ਦਿੱਤੀ ਜਾਂਦੀ ਹੈ। ਜਦੋਂ ਇਹ ਹਟ ਜਾਂਦੇ ਨੇ ਫਿਰ ਇਹਨਾਂ ਦੀ ਤਨਖਾਹ ਬੰਦ ਹੋ ਜਾਂਦੀ ਹੈ। ਇਹ ਪੁਆਇੰਟ ਧਿਆਨ ਚ ਰੱਖਣੀ ਹੈ, ਠੀਕ ਹੈ। ਇੱਕ ਪੁਆਇੰਟ ਹੋਰ ਜਿਹੜਾ ਤੁਸੀਂ ਨੋਟ ਕਰਿਆ ਸੀ ਨਾ, ਆਹ ਵਾਲਾ, ਇਹ ਖਰਜੂ, ਇਹ ਆਹ ਵਾਲਾ ਪੁਆਇੰਟ, ਇੱਥੇ ਤੁਸੀਂ ਕੀ ਕਿਹਾ ਸੀ ਕਿ ਕਿਸੇ ਹੋਰ ਸ਼ਹਿਰ ਵਿੱਚ ਸਥਾਪਿਤ ਕੀਤੀ ਜਾ ਸਕਦੀ ਹੈ। ਇਹਨੂੰ ਸਥਾਪਿਤ ਕੌਣ ਕਰਦਾ? ਇਹਨੂੰ ਸਥਾਪਿਤ ਕਰਦਾ ਚੀਫ ਜਸਟਿਸ ਆਫ ਇੰਡੀਆ, ਰਾਸ਼ਟਰਪਤੀ ਦੀ ਸਲਾਹ ਤੇ। ਠੀਕ ਹੈ, ਤਾਂ ਆਪਾਂ ਬਰੀਕੀਆਂ ਨਹੀਂ ਛੱਡਣੀਆਂ, ਡੈਫੀਨੇਟਲੀ ਬੇਸ ਤੋਂ ਲੈ ਕੇ ਅਪ ਲੈਵਲ ਤੱਕ ਚੀਜ਼ਾਂ ਕਵਰ ਕਰਨੀਆਂ ਨੇ। ਠੀਕ ਹੈ, ਜੇ ਆਪਾਂ ਗੱਲ ਕਰੀਏ ਤਾਂ ਇਹਨੂੰ ਕੌਣ ਸਥਾਪਿਤ ਕਰਦਾ ਹੈਗਾ? ਰਾਸ਼ਟਰਪਤੀ ਦੀ ਸਲਾਹ ਤੇ ਚੀਫ ਜਸਟਿਸ ਆਫ ਇੰਡੀਆ। ਜੇ ਕਿਸੇ ਹੋਰ ਜਗ੍ਹਾ ਤੇ ਲੈ ਕੇ ਜਾਣੀ ਹੈ ਸੁਪਰੀਮ ਕੋਰਟ ਤਾਂ ਲੈ ਕੇ ਜਾ ਸਕਦੇ ਆ ਇਹਨਾਂ ਦੀ ਐਡਵਾਈਸ ਤੇ। ਦਿਸ ਇਜ਼ ਰੀਅਲੀ ਵੈਰੀ ਇੰਪੋਰਟੈਂਟ ਪੁਆਇੰਟ। ਠੀਕ ਹੈ, ਬਾਕੀ ਆ ਪੁਆਇੰਟ ਲਿਖ ਲਓ, ਆਰਟੀਕਲ 127। ਕੋਈ ਬੱਚਾ ਮੈਨੂੰ ਆਰਟੀਕਲ ਬਾਰੇ ਕਹਿ ਰਿਹਾ ਸੀ, ਇੰਨੇ ਸਫੀਸ਼ੀਐਂਟ ਆਰਟੀਕਲ ਨਹੀਂ। ਠੀਕ ਹੈ, ਰਿਲੇਟਡ ਟੂ ਹਾਈ ਕੋਰਟ, ਸੁਪਰੀਮ ਕੋਰਟ ਬਹੁਤ ਰੇਅਰ ਆਰਟੀਕਲਸ ਆਉਂਦੇ ਨੇ। ਇਹਨਾਂ ਦਾ ਕਨਸੈਪਟ ਹੀ ਐਡਾ ਸਟਰੋਂਗ ਹੁੰਦਾ ਵੀ ਆਪਾਂ ਨੂੰ ਆਰਟੀਕਲ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਵਿਧੀ। ਲਿਖੋ ਜੀ, ਰਿਮੂਵਲ ਪ੍ਰੋਸੈਸ। ਇਹਨੂੰ ਲਿਖੋਗੇ ਐਂ,
ਬੇਸ਼ੱਕ ਸਾਨੂੰ ਸਾਰਿਆਂ ਨੂੰ ਪਤਾ ਵੀ ਸਾਡੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਇਆ ਜਾਂਦਾ ਹੈ। ਹਾਂਜੀ, ਕਿਵੇਂ ਹਟਾਇਆ ਜਾਂਦਾ ਹੈ ਜੀ? ਇੰਪੀਚਮੈਂਟ ਦੇ ਥਰੂ। ਪਰ ਕਿਤੇ ਨਾ ਕਿਤੇ ਆਪਾਂ ਇੰਪੀਚਮੈਂਟ ਸ਼ਬਦ ਹੈ ਜਿਹੜਾ ਉਹ ਸਿਰਫ ਪ੍ਰੈਜ਼ੀਡੈਂਟ ਦੇ ਕੇਸ ਦੇ ਵਿੱਚ ਵਰਤਦੇ ਆ। ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਕੀ ਕਦੇ ਹੋਰ ਕਿਤੇ ਬੈਂਚ ਸਥਾਪਿਤ ਕੀਤੀ ਗਈ ਹੈ? ਹਾਂ ਬਿਲਕੁਲ ਵੰਸ਼ਪ੍ਰੀਤ, ਕਰੀ ਗਈ ਹੈ ਸਥਾਪਿਤ। ਬੰਗਲੌਰ ਕਰੀ ਗਈ ਸੀ ਇੱਕ ਵਾਰੀ ਸੁਪਰੀਮ ਕੋਰਟ ਦਾ ਬੈਂਚ ਸਥਾਪਿਤ ਕਰੀ ਗਈ ਹੈ। ਹਾਂਜੀ, ਜੇ ਆਪਾਂ ਗੱਲ ਕਰੀਏ ਸੁਪਰੀਮ ਕੋਰਟ ਤੇ ਇਹਨੂੰ ਨਾ ਇਹ ਦੋਨੇ ਸੇਮ ਨੇ। ਸੁਪਰੀਮ ਕੋਰਟ ਦਾ ਵੀ ਸੇਮ ਆ, ਹਾਈ ਕੋਰਟ ਦਾ ਵੀ ਸੇਮ ਆ। ਉੱਥੇ ਆਪਾਂ ਪੜ੍ਹਦੇ ਨਹੀਂ, ਇੱਥੇ ਹੀ ਕਵਰ ਕਰ ਲਿਓ ਤੁਸੀਂ, ਠੀਕ ਹੈ? ਇੱਥੇ ਨੂੰ ਕਵਰ ਕਰ ਲਿਓ ਕਿਉਂਕਿ ਜਮਾ ਇੱਕ ਪੁਆਇੰਟ ਵੀ ਨਹੀਂ ਬਦਲਦਾ ਹੈਗਾ, ਸੇਮ ਆ। ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਵਿਧੀ ਇੱਕ ਰਿਮੂਵਲ ਪ੍ਰੋਸੈਸ ਹੈ ਜਿਹੜਾ, ਉਹਨੂੰ ਇਨਡਾਇਰੈਕਟਲੀ ਆਪਾਂ ਇੰਪੀਚ ਹੀ ਕਹਿੰਦੇ ਆ। ਬੇਸ਼ੱਕ ਅਸੀਂ ਇੰਪੀਚਮੈਂਟ ਸ਼ਬਦ ਡਾਇਰੈਕਟਲੀ ਨਹੀਂ ਵਰਤ ਸਕਦੇ, ਪਰ ਕਿਤੇ ਨਾ ਕਿਤੇ ਇਹ ਲਿਖਿਆ ਜਾਂਦਾ ਹੈ। ਦੁਬਾਰਾ ਫਿਰ ਰਿਪੀਟ ਕਰਨੀ ਆ, ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣ ਦਾ ਸੇਮ ਤਰੀਕਾ ਹੈ ਜੋ ਕਿ ਇੱਕ ਰਾਸ਼ਟਰਪਤੀ ਨੂੰ ਹਟਾਉਣ ਦਾ ਤਰੀਕਾ ਹੈ। ਸੋ ਇਹ ਚੀਜ਼, ਇਹ ਪ੍ਰੋਸੈਸ ਸੇਮ ਹੈ ਜੋ ਅਸੀਂ ਅਮਰੀਕਾ ਤੋਂ ਕਾਪੀ ਕੀਤੀ ਹੈ। ਇਨਕੈਪੈਸਿਟੀ ਤੇ ਮਿਸਬਿਹੇਵੀਅਰ, ਬੇਸ ਕੀ ਹੈ ਇਹਦਾ? ਇਨਕੈਪੈਸਿਟੀ ਤੇ ਮਿਸਬਿਹੇਵੀਅਰ, ਠੀਕ ਹੈ? ਦੋ ਬੇਸਿਸ ਤੇ ਸਾਡੇ ਦੇਸ਼ ਦੇ ਵਿੱਚ ਇੰਪੀਚਮੈਂਟ ਲੱਗਦਾ। ਅਗਲਾ ਪੁਆਇੰਟ ਕੀ ਹੈ? ਇਹਦਾ ਬਿੱਲ ਸਦਨ ਦੇ ਕਿਸੇ ਵੀ ਹਿੱਸੇ 'ਚ ਰੱਖਿਆ ਜਾ ਸਕਦਾ। ਬਿੱਲ ਕਿਤੇ ਵੀ ਰੱਖਿਆ ਜਾ ਸਕਦਾ ਹੈ, ਚਾਹੇ ਲੋਕ ਸਭਾ ਹੋਵੇ ਤੇ ਚਾਹੇ ਕੀ ਹੋਵੇ ਜੀ, ਰਾਜ ਸਭਾ ਹੋਵੇ। ਇਹ ਪੁਆਇੰਟ ਤੁਸੀਂ ਬਿਲਕੁਲ ਇੰਪੋਰਟੈਂਟਲੀ ਧਿਆਨ ਦੇ ਵਿੱਚ ਰੱਖਣਾ। ਇਹ ਉਹੀ ਇੰਪੀਚਮੈਂਟ ਹੈ ਜੋ ਅਸੀਂ ਰਾਸ਼ਟਰਪਤੀ ਬਾਰੇ ਕਰੀਏ, ਜਸਟ ਮੈਂ ਰਿਵਾਈਜ਼ ਕਰਾ ਰਹੀ ਹਾਂ, ਦੈਟਸ ਇਟ। ਜੇ ਆਪਾਂ ਗੱਲ ਕਰੀਏ, ਚਾਹੇ ਬਿੱਲ ਨੂੰ ਆਪਾਂ ਸਦਨ ਦੇ ਕਿਸੇ ਵੀ ਹਿੱਸੇ 'ਚ ਰੱਖ ਸਕਦੇ ਆ, ਚਾਹੇ ਲੋਕ ਸਭਾ ਚਾਹੇ ਰਾਜ ਸਭਾ। ਇੱਕ ਪੁਆਇੰਟ ਇੱਥੇ ਬਹੁਤ ਇੰਪੋਰਟੈਂਟ ਆ ਜਿਹੜਾ ਤੁਸੀਂ ਸਾਰਿਆਂ ਨੇ ਆਪਣੇ ਦਿਮਾਗ ਦੇ ਵਿੱਚ ਰੱਖਣਾ ਹੈਗਾ, ਵੀ ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਗੱਲ ਕਰਦੇ ਆ, ਜੇ ਤਾਂ ਬਿੱਲ ਲੋਕ ਸਭਾ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ 100 MP ਦੇ ਸਿਗਨੇਚਰ ਚਾਹੀਦੇ ਨੇ। ਜੇ ਬਿੱਲ ਰਾਜ ਸਭਾ ਦੇ ਵਿੱਚ ਰੱਖਿਆ ਜਾਂਦਾ ਤਾਂ 50 MP ਦੇ ਸਿਗਨੇਚਰ ਚਾਹੀਦੇ ਨੇ। ਇਹ ਪੁਆਇੰਟ ਕਾਫੀ ਇੰਪੋਰਟੈਂਟ ਆ। ਜੇ ਤਾਂ ਬਿੱਲ ਲੋਕ ਸਭਾ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ 100 MPਆਂ ਦੇ ਸਿਗਨੇਚਰ ਚਾਹੀਦੇ ਨੇ। ਜੇ ਬਿੱਲ ਰਾਜ ਸਭਾ ਦੇ ਵਿੱਚ ਰੱਖਿਆ ਜਾਂਦਾ ਤਾਂ 50 MPਆਂ ਦੇ ਸਿਗਨੇਚਰ ਚਾਹੀਦੇ ਨੇ, ਠੀਕ ਹੈ? ਇਹਨੂੰ ਇੰਪੋਰਟੈਂਟਲੀ ਯਾਦ ਰੱਖ ਲਿਓ। ਇਹ ਕਾਦੇ ਵਾਸਤੇ ਚਾਹੀਦੇ ਨੇ? ਇਹ ਚਾਹੀਦੇ ਨੇ ਵੀ ਕੀ ਐਡਾ ਵੱਡਾ ਮੁੱਦਾ ਉੱਠਿਆ ਵੀ ਸਾਡੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਨੂੰ ਇੰਪੀਚ ਕਰਨ ਦੀ ਗੱਲ ਹੋ ਰਹੀ ਹੈ, ਕੀ ਉਹ ਮੁੱਦਾ ਵੈਲਿਡ ਆ, ਕੀ ਉਹ ਮੁੱਦਾ ਸਹੀ ਆ, ਕੀ ਇਹ ਚੀਜ਼ ਸ਼ੁਰੂ ਹੋਣੀ ਚਾਹੀਦੀ ਹੈ ਜਾਂ ਇਹ ਪ੍ਰੋਸੈਸ ਸ਼ੁਰੂ ਹੋਣੀ ਚਾਹੀਦੀ ਹੈ। ਉਹਦੇ ਵਾਸਤੇ ਸਾਨੂੰ 100 MP ਲੋਕ ਸਭਾ ਦੇ ਤੇ 50 MP ਰਾਜ ਸਭਾ ਦੇ ਚਾਹੀਦੇ ਨੇ। ਇੱਥੇ ਇੱਕ ਪੁਆਇੰਟ ਹੋਰ ਧਿਆਨ ਦੇ ਵਿੱਚ ਰੱਖਣਾ ਹੈਗਾ ਜਿਹੜਾ ਇੰਪੋਰਟੈਂਟ ਆ। ਜੇ ਤਾਂ ਬਿੱਲ ਗਿਆ ਲੋਕ ਸਭਾ ਦੇ ਵਿੱਚ ਤਾਂ 100 MP ਲੋਕ ਸਭਾ ਦੇ ਸਾਈਨ ਕਰਨਗੇ, ਫਿਰ ਰਾਜ ਸਭਾ ਦੇ 50 MPਆਂ ਦੀ ਜ਼ਰੂਰਤ ਨਹੀਂ ਪੈਂਦੀ ਹੁੰਦੀ। ਜਿਹੜੇ ਸਦਨ ਚੋਂ ਬਿੱਲ ਉੱਠਿਆ ਉਹੀ ਸਦਨ ਦੇ MP ਸਾਈਨ ਕਰਕੇ ਇਨੀਸ਼ੀਅਲੀ ਨੂੰ ਸਟਾਰਟ ਕਰਦੇ ਨੇ। ਜੇ ਮੁੱਦਾ ਰਾਜ ਸਭਾ ਦੇ ਵਿੱਚ ਉੱਠਿਆ ਤਾਂ ਡੈਫੀਨਿਟਲੀ 50 MP ਨੇ ਜਿਹੜੇ ਉਹ ਸਾਈਨ ਕਰ ਦੇਣਗੇ, ਫਿਰ ਲੋਕ ਸਭਾ ਦੇ 100 MPਆਂ ਦੀ ਜ਼ਰੂਰਤ ਨਹੀਂ। ਉਸ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਇੱਕ ਪੁਆਇੰਟ ਪਤਾ, ਕਿਹੜਾ ਪੁਆਇੰਟ? ਬਹੁਮਤ, ਮੈਜੋਰਿਟੀ। ਇੰਪੀਚਮੈਂਟ ਦੇ ਉੱਪਰ ਮੈਜੋਰਿਟੀ ਹਮੇਸ਼ਾ ਸਪੈਸ਼ਲ ਹੀ ਕੰਮ ਕਰਦੀ ਆ। ਇਹ ਪੁਆਇੰਟ ਅਸੀਂ ਰਾਸ਼ਟਰਪਤੀ ਬਾਰੇ ਵੀ ਪੜਿਆ ਸੀ, ਭਾਵ ਕਿ 2/3 ਹਿੱਸਾ ਜਿਹੜੀਆਂ ਵੋਟਾਂ ਨੇ ਉਹ ਸਾਨੂੰ ਪ੍ਰਾਪਤ ਹੋਣੀਆਂ ਚਾਹੀਦੀਆਂ ਨੇ। ਸਪੈਸ਼ਲ ਮੈਜੋਰਿਟੀ 2/3, ਠੀਕ ਹੈ? ਉਹ ਕਿਹਦੀ 2/3? ਪ੍ਰੈਜ਼ੈਂਟ ਤੇ ਵੋਟਿੰਗ ਦੀ 2/3, ਠੀਕ ਹੈ? 2/3 ਆਫ ਪ੍ਰੈਜ਼ੈਂਟ ਐਂਡ ਵੋਟਿੰਗ ਮੈਂਬਰਸ। ਜਿਹੜੇ ਉੱਥੇ ਮੌਜੂਦ ਨੇ, ਭਾਵ ਕਿ ਜੇ ਲੋਕ ਸਭਾ ਦੇ ਵਿੱਚ ਟੋਟਲ ਮੈਂਬਰ 543 ਨੇ ਪਰ ਉਸ ਦਿਨ 500 ਆਏ ਨੇ ਤਾਂ 500 ਦੇ ਉੱਪਰ 2/3 ਮੈਜੋਰਿਟੀ ਲੱਗੂਗੀ, ਟੋਟਲ ਦੇ ਉੱਪਰ ਨਹੀਂ ਲੱਗਦੀ। ਇਹ ਪੁਆਇੰਟ ਯਾਦ ਰੱਖਣਾ। ਜਿੱਥੇ ਵੀ ਅਸੀਂ ਇੰਪੀਚਮੈਂਟ ਦੀ ਗੱਲ ਕਰਦੇ ਹਾਂ, ਇੰਪੀਚਮੈਂਟ ਦੇ ਉੱਪਰ ਮੈਜੋਰਿਟੀ ਹਮੇਸ਼ਾ 2/3 ਮੈਜੋਰਿਟੀ ਹਮੇਸ਼ਾ ਪ੍ਰੈਜ਼ੈਂਟ ਤੇ ਵੋਟਿੰਗ ਦੇ ਉੱਪਰ ਲੱਗਦੀ ਹੈ, ਟੋਟਲ ਦੇ ਉੱਪਰ ਨਹੀਂ ਲੱਗਦੀ। ਇਹ ਵੀ ਪੇਪਰ ਦੇ ਵਿੱਚ ਸਵਾਲ ਤੁਹਾਨੂੰ ਕਨਫਿਊਜ਼ ਕਰਨਗੇ। ਨਹੀਂ, ਅੱਜ ਤੱਕ ਬਹੁਤ ਜੱਜਾਂ ਤੇ ਇੰਪੀਚਮੈਂਟ ਲੱਗਿਆ ਬਟ ਹਟਾਇਆ ਕੋਈ ਨਹੀਂ ਗਿਆ। ਅੱਜ ਤੱਕ ਕੋਈ ਵੀ ਸੁਪਰੀਮ ਕੋਰਟ ਦਾ ਜੱਜ ਥਰੂ ਇੰਪੀਚਮੈਂਟ ਨਹੀਂ ਹਟਾਇਆ ਗਿਆ। ਇਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ, ਠੀਕ ਹੈ? ਲੱਗੇ ਬਹੁਤਿਆਂ ਤੇ ਹੈ, ਉਹਨਾਂ ਨੇ ਕੀ ਕੀਤਾ? ਲੱਗਣ ਤੋਂ ਪਹਿਲਾਂ ਰਿਜ਼ਾਈਨ ਪਾਤਾ, ਲੱਗਣ ਤੋਂ ਪਹਿਲਾਂ ਰਿਜ਼ਾਈਨ ਪਾਤਾ। ਬੇਇੱਜ਼ਤੀ ਥੋੜਾ ਕਰਾਉਣੀ ਹੈ, ਐਡੀ ਵੱਡੀ ਗੱਲ ਇਤਿਹਾਸ 'ਚ ਲਿਖੀ ਜਾਊਗੀ, ਫਲਾਨਾ ਬੰਦਾ ਇੰਪੀਚ ਕਰਿਆ ਗਿਆ, ਹਨਾ? ਕਾਫੀ ਰਿਪਿਊਟਡ ਪੋਜੀਸ਼ਨਸ ਹੁੰਦੀਆਂ ਨੇ ਇਹਨਾਂ ਦੀਆਂ।
ਐ ਥੋੜਾ ਹੁੰਦੇ ਨੇ ਇਹ ਬੰਦੇ ਬਹੁਤ ਜ਼ਿਆਦਾ ਚਰਚਿਤ ਤੇ ਬਹੁਤ ਜ਼ਿਆਦਾ ਫੇਮਸ ਬੰਦੇ ਹੁੰਦੇ ਨੇ, ਜਿਹਦੇ ਕਰਕੇ ਆਪਣੇ ਦਿਮਾਗ ਆਪਣੇ ਮਤਲਬ ਆਪਾਂ ਕਹਿ ਦਈਏ ਵੀ ਆਪਣੇ ਉੱਤੇ ਕਾਲਾ ਕਲੰਕ ਲੈ ਕੇ ਨਹੀਂ ਜਾਣਾ ਚਾਹੁੰਦੇ ਵੀ ਭਾਈ ਅਸੀਂ ਸੁਪਰੀਮ ਕੋਰਟ ਦੇ ਵਿੱਚੋਂ ਐ ਹਟਾਏ ਗਏ ਸੀ, ਤਾਂ ਕਰਕੇ ਅੱਜ ਤੱਕ ਕੋਈ ਵੀ ਜੱਜ ਇੰਪੀਚ ਨਹੀਂ ਹੋਇਆ। ਇਹ ਪੁਆਇੰਟ ਧਿਆਨ ਚ ਰੱਖਣਾ। ਇੰਪੀਚਮੈਂਟ ਪ੍ਰੋਸੈਸ ਤੁਹਾਨੂੰ ਸਮਝ ਆ ਗਈ ਹੋਣੀ ਆ। ਸਮਝ ਆਉਣ ਵਾਲੀ ਕੀ ਗੱਲ ਆ, ਰਾਸ਼ਟਰਪਤੀ ਵੇਲੇ ਵੀ ਆਪਾਂ ਸੇਮ ਕਰੀਏ, ਹਾਈ ਕੋਰਟ ਦੇ ਜੱਜਾਂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਹਟਾਉਣੇ ਆ। ਇਸ ਤੋਂ ਬਾਅਦ ਆਪਾਂ ਕਰਨਾ ਟੌਪਿਕ ਜੁਰਿਸਡਿਕਸ਼ਨ ਆਫ ਸੁਪਰੀਮ ਕੋਰਟ, ਜਿਹੜਾ ਕਿ ਆਪਾਂ ਅਗਲੇ ਲੈਕਚਰ ਚ ਸ਼ੁਰੂ ਕਰਾਂਗੇ। ਇੱਥੇ ਆਪਣਾ ਨਾ ਟਾਈਮ ਫਿਰ ਅੱਧਾ ਲੰਮਕ ਜੂਗਾ ਕਿਉਂਕਿ ਤੁਹਾਡਾ ਟਾਈਮ ਹੋ ਗਿਆ ਆਲਮੋਸਟ। ਮੈਨੂੰ ਇੱਕ ਗੱਲ ਦੱਸੋ ਵੀ ਆਪਾਂ ਕਲਾਸ ਟਾਈਮਿੰਗ 7:30 ਕਰ ਦਈਏ, ਕਿਉਂਕਿ ਪਤਾ ਕੀ ਗੱਲ ਆ ਅਸਲ ਦੇ ਵਿੱਚ ਮੈਂ ਹੁਣ 8:30 ਕਲਾਸ ਕਰੀ ਸੀ, ਉਹਦੇ ਚ ਕਾਰਨ ਕੀ ਬਣਿਆ ਵੀ 8:30 ਪੰਜਾਬੀ ਦੀ ਵੀ ਕਲਾਸ ਹੁੰਦੀ ਹੈ, ਜਿਹਦੇ ਕਰਕੇ ਕੀ ਹੋਇਆ ਵੀ ਪੰਜਾਬੀ ਵਾਲੇ ਬੱਚੇ SST ਦੀ ਵੀ ਤਿਆਰੀ ਕਰਦੇ ਨੇ, ਉਹਨਾਂ ਦੀ ਕਲਾਸ ਸਕਿਪ ਹੋ ਜਾਂਦੀ ਹੈ। ਆਪਾਂ 7:30 ਤੋਂ 8:30 ਕਲਾਸ ਲਾ ਲਿਆ ਕਰਾਂਗੇ, ਪੰਜਾਬੀ ਵਾਲੇ ਮੈਡਮ 8:30 ਤੋਂ 9:30 ਲਾ ਲਿਆ ਕਰਨਗੇ। ਜਿਹੜੇ ਬੱਚੇ ਨਹੀਂ ਦੇਖ ਪਾਉਣਗੇ ਉਹਨਾਂ ਕੋਲੇ ਰਿਕਾਰਡਡ ਕਲਾਸ ਪਹੁੰਚ ਹੀ ਜਾਣੀ ਹੈ। ਜਦੋਂ ਮੈਂ ਮੈਸੇਜ ਪਾਇਆ ਨਾਲ ਦੀ ਨਾਲ ਪੰਜਾਬੀ ਵਾਲੇ ਮੈਡਮ ਨੇ ਗਰੁੱਪ 'ਚ ਮੈਸੇਜ ਪਾਤਾ, ਫਿਰ ਬੱਚੇ ਕਨਫਿਊਜ਼ ਹੋਏ ਤੇ ਮੇਰੇ ਧਿਆਨ 'ਚ ਨਹੀਂ ਸੀਗਾ, ਸੌਰੀ ਕਿ ਮੇਰੇ ਧਿਆਨ 'ਚ ਨਹੀਂ ਸੀਗਾ ਕਿ ਪੰਜਾਬੀ ਦੀ ਕਲਾਸ 8:30 ਹੁੰਦੀ ਹੈ। ਤਾਂ ਆਪਾਂ ਇਹ ਕਰਦੇ ਹਾਂ ਵੀ 7:30 ਆਪਣੀ ਲਾ ਲੈਂਦੇ ਆ ਤੇ 8:30 ਮੈਡਮ ਲਾ ਲਿਆ ਕਰਨਗੇ, ਆਪਾਂ ਉਦੋਂ ਬਾਅਦ ਵਿਹਲੇ ਹੋ ਜਾ ਕਰਾਂਗੇ। ਤੇ ਇਸ ਤੋਂ ਬਾਅਦ ਭਾਈ ਜੇ ਆਪਾਂ ਗੱਲ ਕਰੀਏ ਆਪਣੀ ਜਿਹੜੀ ਸ਼ਾਮ ਨੂੰ YouTube ਤੇ ਅੱਜ ਤੋਂ ਕਲਾਸ ਸਟਾਰਟ ਹੋਣ ਜਾ ਰਹੀ ਹੈ, ਸਭ ਤੋਂ ਪਹਿਲਾਂ ਉਹਦੇ ਚ ਆਪਾਂ ਆਪਣੇ ਟੈਸਟ ਡਿਸਕਸ ਕਰਾਂਗੇ, ਉੱਥੋਂ ਉਹਨਾਂ ਨੂੰ ਸ਼ੁਰੂਆਤ ਕਰਾਂਗੇ। ਉਸ ਤੋਂ ਬਾਅਦ ਫਿਰ ਆਪਾਂ ਧੀਮੇ ਧੀਮੇ MCQs ਦੀ ਪ੍ਰੈਕਟਿਸ ਹੋਰ ਕਰਦੇ ਜਾਵਾਂਗੇ। ਉਹ ਕਲਾਸ ਲਾਉਣੀ ਤੁਹਾਡੇ ਲਈ ਉਨੀ ਜ਼ਰੂਰੀ ਹੈ ਜਿੰਨੀ ਇਹ ਲਾਉਣੀ ਹੈ। ਤੁਹਾਡੇ ਗਰੁੱਪ ਦੇ ਵਿੱਚ ਮੈਂ ਲਿੰਕ ਵੀ ਸ਼ੇਅਰ ਕਰ ਦੂੰਗੀ, ਤੁਹਾਡੇ ਗਰੁੱਪ ਦੇ ਵਿੱਚ ਮੈਂ ਟਾਈਮ ਵੀ ਪਾ ਦੂੰਗੀ। ਸ਼ਾਮ ਨੂੰ ਆਪਾਂ YouTube ਤੇ ਕੁਐਸਚਨਸ ਡਿਸਕਸ ਕਰਿਆ ਕਰਾਂਗੇ। ਜਿਹੜੇ ਬੱਚੇ ਕਿਸੇ ਕਾਰਨ ਕਰਕੇ ਮਾਰਨਿੰਗ ਦੀ ਕਲਾਸ ਹੈ ਜਿਹੜੀ ਉਹ ਰਿਕਾਰਡਡ ਲਾਉਂਦੇ ਨੇ, ਉਹ ਸ਼ਾਮ ਵਾਲੀ ਲਾਈਵ ਲਾ ਲਿਆ ਕਰੋ। ਜਿਹੜੇ ਮਾਰਨਿੰਗ ਦੀ ਲਾ ਲੈਂਦੇ ਨੇ ਉਹ ਕਈ ਵਾਰੀ ਸ਼ਾਮ ਨੂੰ ਟਾਈਮ ਨਹੀਂ ਮਿਲਦਾ, ਤਾਂ ਆਪਣੀ ਦੋਵੇਂ ਜਗ੍ਹਾ ਤੇ ਐਡਜਸਟੇਬਿਲਿਟੀ ਹੋ ਜੂਗੀ। ਸਵੇਰ ਵਾਲੀ ਕਲਾਸ ਜੋ 7:30 ਲੱਗੂਗੀ ਉਹ ਐਪ ਦੇ ਉੱਪਰ ਲੱਗੂਗੀ, ਸ਼ਾਮ ਵਾਲੀ ਜੋ MCQ ਸਪੈਸ਼ਲ ਕਲਾਸ ਲੱਗੂਗੀ ਉਹ ਆਪਣੇ YouTube ਚੈਨਲ ਤੇ ਲੱਗੂਗੀ। ਸੋ ਅੱਜ ਵਾਲਾ ਟਾਈਮ ਤੇ ਲਿੰਕ ਮੈਂ ਤੁਹਾਨੂੰ ਪਾਉਣੀ ਆ ਤੇ ਕੱਲ ਨੂੰ ਆਪਾਂ ਵੈਰੀ ਵੈਰੀ ਗੁੱਡ ਮਾਰਨਿੰਗ ਦੇ ਨਾਲ ਸਟਾਰਟ ਕਰਾਂਗੇ 7:30 ਚਾਹ ਦੇ ਕੱਪ ਨਾਲ ਕੜਾਕੇਦਾਰ ਜਿਹੜੀ ਕਲਾਸ ਹੈ ਉਹ। ਕਿੰਨੀ ਕੁ ਜਲਦੀ ਕਰਾਂ ਦੱਸੋ? ਹਾਂ ਐਡੀ ਕਿਹੜੀ ਗੱਲ ਹੈ, ਜਦੋਂ ਨੌਕਰੀ ਗਏ ਉਹਦੇ ਵੀ ਤਾਂ ਜਾਣਾ ਪਊਗਾ, ਨੌਕਰੀਆਂ ਤੇ ਕਿਹੜਾ ਜਾਓਗੇ ਨਹੀਂ ਹਨਾ। ਤਾਂ ਮੇਰਾ ਮਤਲਬ ਇਹ ਆ ਵੀ ਆਪਾਂ ਵਧੀਆ ਤਰੀਕੇ ਨਾਲ ਪੜ੍ਹੀਏ, ਆਪਾਂ ਕਿਸੇ ਕਾਰਨ ਕਰਕੇ ਕੋਈ ਕਮੀ ਨਾ ਛੱਡੀਏ। ਹੁਣ ਗੱਲ ਕੀ ਬਣ ਗਈ ਰਜੇ, ਪਹਿਲਾਂ ਮੇਰੇ ਕੋਲੇ ਨਾ ਘੱਟ ਕਲਾਸਾਂ ਹੁੰਦੀਆਂ ਸੀ, ਅੱਜ ਤੋਂ ਆਪਣਾ ਟੈਟ ਦਾ ਬੈਚ ਸ਼ੁਰੂ ਹੋ ਗਿਆ, ਜਿਹਦੇ ਕਰਕੇ ਮੇਰੀਆਂ 4 ਕਲਾਸਾਂ ਟੈਟ ਦੇ ਵਿੱਚ ਵੀ ਬਣ ਗਈਆਂ। ਜਿਹੜਾ ਮਾਰਨਿੰਗ ਸਲੋਟ ਸੀ 9 ਤੋਂ ਲੈ ਕੇ 2 ਵਜੇ ਵਾਲਾ, ਉਹ ਮੇਰਾ ਸਾਰਾ ਟੈਟ ਖਾ ਜਾਂਦਾ, ਕਿਉਂਕਿ ਜਿਹੜਾ ਬੱਚਾ ਆਫਲਾਈਨ ਆਉਣਾ ਉਹਨਾਂ ਨੇ ਤਾਂ 9 ਤੋਂ 2 ਹੀ ਆਉਣਾ, ਤਾਂ ਕਰਕੇ। ਨਹੀਂ ਮੈਨੂੰ ਕੋਈ ਪਰਸਨਲੀ ਮੁੱਦਾ ਨਹੀਂ, ਮੈਂ ਤਾਂ ਵਿਹਲੀ ਹਾਂ, ਜਦੋਂ ਮਰਜ਼ੀ ਲਾ ਲਈਏ, ਪਰ ਪ੍ਰੈਜ਼ੈਂਟ ਆਪਣੀਆਂ ਕਲਾਸਾਂ ਦੇ ਤੁਸੀਂ ਆਨਲਾਈਨ ਘਰੇ ਬੈਠੋ, ਤੁਹਾਨੂੰ ਕਦੋਂ ਮਰਜ਼ੀ ਲਾ ਦਈਏ ਹਨਾ, ਉਹਦੇ ਚ ਕੋਈ ਬਾਹਲੀ ਮੁੱਦੇ ਵਾਲੀ ਗੱਲ ਨਹੀਂ ਹੁੰਦੀ। ਤਾਂ ਮੇਰਾ ਕੰਸਰਨ ਇਹ ਹੈ ਵੀ ਆਪਾਂ ਵਧੀਆ ਪੜ੍ਹੀਏ, ਤਾਂ ਉਹ ਵਧੀਆ ਤਾਂ ਹੋ ਪਾਊਗਾ ਜੇ ਆਪਾਂ ਦੋਵੇਂ ਪਾਰਟੀਜ਼ ਕੰਫਰਟੇਬਲ ਰਹਾਂਗੇ, ਖਾਸ ਕਰਕੇ ਤੁਹਾਡਾ ਅਧਿਆਪਕ ਕੰਫਰਟੇਬਲ ਰਹੂਗਾ ਟਾਈਮ ਦੇ ਨਾਲ। ਨਹੀਂ ਤਾਂ ਐ ਨਾ ਹੋਵੇ ਵੀ ਮੈਂ ਤੁਹਾਡੇ ਮੁਤਾਬਕ ਆਪਦਾ 1 ਘੰਟਾ ਕਰ ਲਾਂ ਤੇ ਉਹਦੇ ਬਦਾ ਫਿਰ ਮੈਂ ਖਿੱਚ ਧੂ ਕੇ ਭੱਜੀ ਜਾਂਦੀ ਕਲਾਸ ਲਾਇਆ ਕਰਾਂ, ਮੈਨੂੰ ਸਵਾਦ ਵੀ ਨਹੀਂ ਆਉਂਦਾ, ਮੈਂ ਤੁਹਾਨੂੰ ਐ ਪੜਾਉਣਾ ਵੀ ਨਹੀਂ ਚਾਹੁੰਦੀ। ਤਾਂ ਆਪਾਂ ਵਧੀਆ ਤਰੀਕੇ ਨਾਲ ਸਵੇਰੇ ਸਵੇਰੇ ਮੈਂਟਲੀ ਫ੍ਰੀ ਹੋ ਕੇ ਕਲਾਸ ਲਾ ਕੇ ਤੇ ਉਦੋਂ ਬਾਅਦ ਫਿਰ ਆਪਾਂ ਸ਼ਾਮ ਨੂੰ YouTube ਲਾ ਲਿਆ ਕਰਾਂਗੇ, ਠੀਕ ਹੈ। ਸੋ 7:30 ਮਾਰਨਿੰਗ ਤੋਂ, ਹਾਂਜੀ ਹਾਂ ਹਾਂ ਠੀਕ ਹੈ, ਹਾਂ ਬਿਲਕੁਲ। ਕੋਈ ਨਾ ਇੱਕ ਅੱਧੀ ਕਲਾਸ ਤੁਸੀਂ ਰਿਕਾਰਡਡ ਲਾ ਲਿਆ ਕਰੋ ਸਵੇਰੇ 5 ਵਜੇ, ਮਤਲਬ ਮੈਂ ਹੁਣ ਉੱਠਣ ਸਾਰ ਕਲਾਸ ਸਵੇਰੇ 5 ਵਜੇ ਨਿਤਨੇਮ ਦਾ ਟਾਈਮ ਹੁੰਦਾ ਹੈ, ਕੋਈ ਯੋਗਾ ਯੂਗਾ ਕਰਨ ਦਾ ਟਾਈਮ ਹੁੰਦਾ ਹੈਗਾ, ਇੰਨਾ ਵੀ ਛੇਤੀ ਨਹੀਂ। ਫਿਰ ਫੁੱਲ ਡੇ ਕੱਢਣਾ ਨਾ, ਰਾਤ ਨੂੰ 10 ਵਜੇ ਤੱਕ ਕਲਾਸ ਆ, ਸਵੇਰੇ 5 ਵਜੇ ਤੋਂ ਲੈ ਕੇ ਸ਼ੁਰੂ, ਰਾਤ ਨੂੰ 10 ਵਜੇ ਤੱਕ ਪੋਸੀਬਲ ਨਹੀਂ ਹੈਗਾ। ਆਮ ਆਲਸੋ ਹਿਊਮਨ ਬੀਇੰਗ, ਜੇ ਮੇਰੇ 'ਚ ਕੋਈ ਸੈੱਲ ਸੁੱਲ ਪੈਂਦੇ ਹੁੰਦੇ ਫਿਰ ਆਪਾਂ ਚੱਕ ਦਿੰਦੇ ਕੰਮ, ਠੀਕ ਹੈ। 5 ਵਜੇ ਇਜ਼ ਵੈਰੀ ਅਰਲੀ, ਠੀਕ ਹੈ। 7:30 to 8:30 ਟਾਈਮ ਇਜ਼ ਡਨ। 7:15 ਕਰ ਲਾਂਗੇ, ਕੋਈ ਗੱਲ ਨਹੀਂ, 7:15 ਮੈਂ ਸਵੇਰੇ ਮੈਸੇਜ ਕਰ ਦੂੰਗੀ, ਬਟ ਇਸ ਤੋਂ ਅਰਲੀ ਨਾ ਕਰੋ ਕਿਉਂਕਿ ਮੈਂ ਵੀ ਰੈਡੀ ਹੋ ਕੇ ਫਿਰ ਇਸ ਤੋਂ ਬਾਅਦ ਮੈਂ ਹੁਣ ਸਿੱਧਾ ਇੰਸਟੀਟਿਊਟ ਜਾਣਾ ਹੈਗਾ, ਠੀਕ ਹੈ। ਚਲੋ ਜੀ, ਕੋਈ ਨਾ ਕੋਈ ਨਾ, ਠੀਕ ਹੈ ਜੀ, ਠੀਕ ਹੈ। ਫਿਰ ਆਪਾਂ ਮਿਲਦੇ ਹਾਂ ਕੱਲ ਵਾਲੀ ਕਲਾਸ ਦੇ ਵਿੱਚ। ਇਸ ਤੋਂ ਬਾਅਦ ਤੁਹਾਡੇ ਨਾ ਕਨਸੈਪਟ ਨੇ, ਥੋੜੇ ਹੈਵੀ ਕਨਸੈਪਟ ਸਟਾਰਟ ਹੋਣਗੇ, 2-3 ਦਿਨ ਲੈਕਚਰ ਲਾਈਟ ਰਹਿਣ ਵਾਲਾ। ਇਸ ਤੋਂ ਬਾਅਦ ਫੋਰਨ ਪੋਲਿਸੀ, ਉਹ ਸਾਰੀਆਂ ਚੀਜ਼ਾਂ ਤਾਂ ਮੈਨੂੰ ਐ ਲੱਗਦਾ ਵੀ ਆਪਾਂ ਦੋਵਾਂ ਪਾਰਟੀਜ਼, ਟੀਚਰ ਪਾਰਟੀ ਵੀ ਤੇ ਸਟੂਡੈਂਟ ਪਾਰਟੀ ਵੀ, ਇੱਕ ਕੰਫਰਟੇਬਲ ਮਾਹੌਲ 'ਚ ਰਹੀਏ, ਫਿਰ ਹੀ ਆਪਾਂ ਉਹ ਚੀਜ਼ਾਂ ਨੂੰ ਪੜ੍ਹ ਪਾਵਾਂਗੇ। ਜ਼ਬਰਦਸਤ ਪੜਾਂਗੇ ਬਟ ਕਿਤੇ ਨਾ ਕਿਤੇ ਸਹਿਜੇ, ਠੀਕ ਹੈ। ਚਲੋ ਮਿਲਦੇ ਹਾਂ ਫਿਰ ਆਪਾਂ ਕੱਲ ਨੂੰ ਸਵੇਰੇ।
हाँ हाँ ਟੈਸਟ ਡਿਸਕਸ਼ਨ ਹੋ ਜਾਏਗੀ। ਅੱਛਾ ਇੱਕ ਜਿਹੜਾ ਤੁਹਾਡਾ ਫੁੱਲ ਟੈਸਟ ਸੀ ਉਹ ਮੈਨੂੰ ਸੰਦੀਪ ਸਰ ਨੇ ਖੜਾ ਲਿਆ ਸੀ। ਸੰਦੀਪ ਸਰ ਕਹਿੰਦੇ ਵੀ ਮੇਰਾ ਇਸ ਹਫਤੇ ਦੇ ਵਿੱਚ ਇੰਸ਼ੀਐਂਟ ਪੂਰੀ ਹੋ ਜੂਗੀ, ਮੈਂ ਇੰਸ਼ੀਐਂਟ ਦੇ ਵਿੱਚੋਂ 75 ਨੰਬਰ ਦਾ ਪੇਪਰ ਪਾਉਂਗਾ, ਜਿਹਦੇ ਕਰਕੇ ਮੈਂ ਹੋਲਡ ਅਪ ਕਰ ਲਿਆ ਸੀ ਵੀ ਕੋਈ ਗੱਲ ਨਹੀਂ। ਠੀਕ ਹੈ ਹਾਂਜੀ। ਅਜੇ ਨਹੀਂ ਲੈ ਰਹੀ, ਮੈਨੂੰ ਪਤਾ ਕੁਝ ਕੁ ਬੱਚਿਆਂ ਦਾ ਮੈਨੂੰ ਇਹ ਵੀ ਮੈਸੇਜ ਆਇਆ ਸੀ ਕਿ ਅਸੀਂ ਲੇਟ ਜੁਆਇਨ ਕੀਤਾ, ਸਾਡੀ ਪ੍ਰੈਪਰੇਸ਼ਨ ਨਹੀਂ ਆ ਹਫਤੇ 'ਚ ਤੁਸੀਂ ਕਾਫੀ ਹੱਦ ਤੱਕ ਕਵਰ ਕਰਨ ਦੀ ਕੋਸ਼ਿਸ਼ ਕਰ ਲਓ, ਆਫਟਰ ਦੈਟ ਆਪਾਂ ਟੈਸਟ ਸ਼ੁਰੂ ਕਰਾਂਗੇ। ਠੀਕ ਹੈ ਚਲੋ ਚਲੋ ਬਾਕੀ ਗਰੁੱਪ 'ਚ ਡਿਸਕਸ ਕਰਦੇ ਹਾਂ, ਕਲਾਸ ਦਾ ਟਾਈਮ ਹੈ, ਕਰ ਲਓ ਤੁਸੀਂ ਆਪਦਾ, ਪੜ੍ਹ ਲਓ।